वेलकम सत श्री अकाल जी। मैं हाँ हरजोत कौर हाजिर आज लैके तुहाडा अपना मनपसंद इमीग्रेशन शो उडारी विदेशों नूं ताज़ा अपडेट्स की गल करांगे ताकि तुसी भी अपने फ्यूचर लई स्टडी वीज़ा लगवाउण दे लई कोई भी डिसीजन लैना है तो तुसी सही तरीके नाल सही जानकारी दे नाल डिसीजन लै सको। सो ताज़ा अपडेट्स लैके हाजिर हाँ ते अज आपां आस्ट्रेलिया कैनेडा और यूके बारे डिटेल विच गल करन जा रहे हैं। ते अज दी डिस्कशन दे लई असीं स्टूडियो विच इनवाइट कीता है जी ESS ग्लोबल इमीग्रेशनस तो वीज़ा एक्सपर्ट मिस्टर रोहित सेठी जी नूं बहुत बहुत स्वागत है जी। सत श्री अकाल। थैंक यू जी। ਸਾਡੇ ਨਾਲ जुड़े सारे दर्शकों ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਲੇਟੈਸਟ ਅਪਡੇਟਸ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਸਟੂਡੈਂਟਸ ਜਿਹੜੇ ਵੀ ਕੁਝ ਫਰੈਸ਼ ਸਟੂਡੈਂਟਸ ਹੁੰਦੇ ਨੇ ਮਾਈਂਡ ਬਣਾ ਰਹੇ ਹੁੰਦੇ ਨੇ ਕਿੱਥੇ ਅਪਲਾਈ ਕਰੀਏ ਕਿਵੇਂ ਅਪਲਾਈ ਕਰੀਏ ਤਾਂ ਆਸਟ੍ਰੇਲੀਆ ਨੂੰ ਲੈ ਕੇ ਰੁਝਾਨ ਜਾਣਨਾ ਚਾਹਾਂਗੀ। ਹੁਣ ਸਟੂਡੈਂਟਸ ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਨੇ? ਵੈਲ ਇਹ ਉਹ ਮਹੀਨਾ ਹੈਗਾ ਸਾਲ ਦਾ ਜਦ ਸਾਰਾ ਕੁਝ ਇੱਕ ਡਿਸਾਈਡਿੰਗ ਫੈਕਟਰ ਤੇ ਖੜਿਆ ਹੁੰਦਾ ਜੀ। ਨਵੇਂ ਜਿਹੜੇ ਫਰੈਸ਼ ਪਾਸ ਆਊਟ ਬੱਚੇ ਉਹਨਾਂ ਦੀ ਐਗਜ਼ਾਮੀਨੇਸ਼ਨ ਦੀ ਤਿਆਰੀ ਚੱਲਦੀ ਪਈ ਹੈ। ਜਿਹੜੇ ਪਿਛਲੇ ਸਾਲ ਪਾਸ ਆਊਟ ਹੋਏ ਸੀਗੇ ਉਹਨਾਂ ਦੇ ਕਾਫੀਆਂ ਦੇ ਆਸ ਦੇ ਰਿਜ਼ਲਟ ਇਸ ਮਹੀਨੇ ਜਾਂ ਪਿਛਲੇ ਮਹੀਨੇ ਆਣੇ ਸ਼ੁਰੂ ਹੋ ਜਾਂਦੇ ਨੇ। ਉਹ ਮਿਹਨਤ ਜਿਹੜੀ 3-4 ਮਹੀਨੇ ਦੀ ਆਸ ਦੀ ਹੁੰਦੀ ਹੈ ਹੁਣ ਉਹ ਕਿਤੇ ਨਾ ਕਿਤੇ ਖਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਵੈਲ ਆਉਣ ਵਾਲਾ ਇਨਟੇਕ ਤਿੰਨੋਂ ਕੰਟਰੀਜ਼ ਦਾ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਇਸ ਟਾਈਮ ਹੌਟ ਫੇਵਰੇਟ ਬਣਿਆ ਹੋਇਆ ਕਿਉਂਕਿ 2 ਸਾਲ ਦੇ ਬਾਰਡਰ ਬੰਦ ਕਰਨ ਤੋਂ ਬਾਅਦ ਜਦ ਉਹਨਾਂ ਨੇ ਓਪਨ ਕੀਤਾ ਤਾਂ ਬਹੁਤ ਸਾਰੇ ਗਿਫਟਸ ਜਿਹੜੇ ਹੈਗੇ ਸਟੂਡੈਂਟ ਵਾਸਤੇ ਲੈ ਕੇ ਆਏ, ਚਾਹੇ ਉਹ ਇਨਕਰੀਜ਼ ਪੋਸਟ ਸਟੱਡੀ ਵਰਕ ਵੀਜ਼ਾ ਸੀਗਾ, ਐਮਬੈਸੀ ਫੀਸ ਦਾ ਰਿਫੰਡ ਹੋਣਾ ਸੀਗਾ और ਮਾਸਟਰਸ ਦਾ 3 ਸਾਲ ਦਾ ਵਰਕ ਪਰਮਿਟ ਸਟੈਂਡਰਡ ਪੈਨ ਆਸਟ੍ਰੇਲੀਆ ਵਿੱਚ ਕਰਨਾ ਸੀਗਾ। ਜੀ ਜੀ ਉਹਨਾਂ ਦਾ ਅਗਲਾ ਇਨਟੇਕ ਜੁਲਾਈ ਹੈ। ਇਹ ਆਈਡੀਅਲ ਮੰਥ ਹੈ ਮਾਰਚ ਦਾ ਤੇ ਅਪ੍ਰੈਲ ਦਾ ਜਦ ਤੁਸੀਂ ਆਪਣੀ ਐਪਲੀਕੇਸ਼ਨ ਆਸਟ੍ਰੇਲੀਆ ਵਾਸਤੇ ਲਾ ਸਕਦੇ ਹੋ। ਕੰਸੀਡਰਿੰਗ ਦਾ ਟਾਈਮਲਾਈਨ ਆਫਰ ਅਪਲਾਈ ਕਰਨ ਤੋਂ ਬਾਅਦ GT ਤੱਕ ਦਾ ਪ੍ਰੋਸੈਸ 8 ਹਫ਼ਤਿਆਂ ਦਾ ਹੋ ਜਾਂਦਾ ਹੈ। जब तुसी अपना केस शुरू करते हो उस तो बाद हाई कमीशन का टाइम रहिंदा है। तो आइडियल मंथ है मार्च तो अप्रैल जुलाई वास्ते अप्लाई करने लई बोथ अंडर ग्रैजुएट एंड पोस्ट ग्रैजुएट क्वालिफिकेशन वास्ते। ठीक है बिल्कुल। सो मैंने लगता है कि जो स्टूडेंट्स या दर्शक सारे शो वेख रहे हैं उन्होंने क्लीयर हो चुके हैं कि किहड़े स्टूडेंट्स नूं अप्लाई कर सकते हैं। तो आयल्स नूं लैके भी आपां थोड़ा डिटेल विच इन्हां नूं क्योंकि मैनूं लगता है कि स्टूडेंट्स आपां जिन्नी बार बार अगर गल बोलते हैं तां ही वो जो है फॉलो कर पाते हैं, नहीं तो उन्होंने कोल इधर उधर सुन के बहुत जानकारी गलत जानकारी भी कई बार इकट्ठी हो जाती है। तो आयल्स नूं लैके कि किन्ने आयल्स स्कोर रिक्वायर्ड है ਆਸਟ੍ਰੇਲੀਆ ਲਈ? देखो अंडर ग्रैजुएट ਜੇ ਆਪਾਂ ਦੇਖੀਏ ਤੁਸੀਂ ਕਲਾਸ 12 ਤੋਂ ਬਾਅਦ ਜਾਣਾ ਹੈ ਆਸਟ੍ਰੇਲੀਆ ਦੇ ਵਿੱਚ 2 ਤਰ੍ਹਾਂ ਦੇ ਕੋਰਸਿਸ ਆਫਰ ਹੁੰਦੇ ਨੇ। ਪਹਿਲਾ ਹੁੰਦਾ ਵੋਕੇਸ਼ਨਲ ਜਿਹਨੂੰ ਆਪਾਂ ਡਿਪਲੋਮਾ ਕਹਿੰਦੇ ਆ ਜੀ, ਦੂਸਰਾ ਹੁੰਦਾ ਹਾਇਰ ਐਜੂਕੇਸ਼ਨ ਜਿਹਨੂੰ ਆਪਾਂ ਡਿਗਰੀ ਨਾਲ ਕੰਸੀਡਰ ਕਰਦੇ ਆ। ਜੇ ਆਪਾਂ ਡਿਗਰੀ ਵਾਲੇ ਪਾਸੇ ਜਾਣਾ ਹੈ ਤਾਂ ਓਵਰਆਲ 6 ਨਾਟ ਲੈਸ ਦੈਨ 5.5 ਚਾਹੇ 1 'ਚ 5.5 ਹੋਣ 2 'ਚ 5.5 ਹੋਣ ਡਜ਼ਨਟ ਮੈਟਰ, ਓਵਰਆਲ 6 ਦਾ ਬੈਂਡ ਹੋਣਾ ਚਾਹੀਦਾ ਹੈ। ਜੇ ਤੁਸੀਂ ਡਿਪਲੋਮਾ ਵਾਲੇ ਸਾਈਡ ਕੁਆਲੀਫਾਈ ਕਰਦੇ ਹੋ ਤੇ ਐਕਚੁਅਲ ਦੇ ਵਿੱਚ ਡਿਪਲੋਮਾ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ, ਇਹ ਐਕਚੁਅਲ ਦਾ ਮਤਲਬ ਮੈਂ ਆਇਲਸ ਦੀ ਰਿਕੁਆਇਰਮੈਂਟ ਤੋਂ ਬਾਅਦ ਦੱਸਾਂਗਾ। ਉਹਦੇ ਵਿੱਚ 5.5 ਓਵਰਆਲ ਐਂਡ ਨਾਟ ਲੈਸ ਦੈਨ 5.0 ਬੈਂਡ ਚੱਲਦਾ ਹੈ। ਜੀ ਜੀ। ਹੁਣ ਐਕਚੁਅਲ ਤੇ ਆਉਣਾ ਹੈ ਜੇ ਕੋਈ ਐਕਚੁਅਲ ਬੱਚਾ ਡਿਪਲੋਮਾ ਕਰਨ ਜਾਂਦਾ ਹੈ ਕਰਨਾ ਚਾਹੁੰਦਾ ਹੈ। ਹੁਣ ਡਿਪਲੋਮਾ ਹੁੰਦੇ ਨੇ ਵੋਕੇਸ਼ਨਲ ਜਾਂ ਟ੍ਰੇਡ ਲੈਵਲ ਕੋਰਸਿਸ, ਫॉर एग्जांपल ਕਮਰਸ਼ੀਅਲ ਕੁਕਰੀ, ਪੈਟਿਸਰੀ, bricklaying, construction worker, automotive engineer और ਇਹੋ ਜਿਹੇ ਕਈ ਡਿਪਲੋਮੇ ਜਿਹੜੇ ਤੁਹਾਨੂੰ ਹੱਥ ਦਾ ਕੰਮ ਸਿਖਾਉਂਦੇ ਨੇ ਉਹਨੂੰ ਵੋਕੇਸ਼ਨਲ ਕੁਆਲੀਫਿਕੇਸ਼ਨ ਕਿਹਾ ਜਾਂਦਾ ਹੈ। ਇਹ 2008, 9, 10 ਦੇ ਵਿੱਚ ਬਹੁਤ ਟਾਈਮ ਆਇਆ ਸੀਗਾ, ਬਹੁਤ ਵੱਡਾ 2-3 ਸਾਲ ਦਾ ਟਾਈਮ ਜਦ ਸਾਰੇ ਸਟੂਡੈਂਟ ਇੰਡੀਆ ਤੋਂ ਡਿਪਲੋਮੇ ਲਈ ਜਾਂਦੇ ਸੀਗੇ, ਕੋਈ ਡਿਗਰੀ ਵਾਸਤੇ ਨਹੀਂ ਜਾਂਦਾ ਸੀਗਾ। 2012 ਦੇ ਵਿੱਚ ਪੂਰਾ ਮਾਡਲ ਪਲਟਿਆ, ਅਪਸਾਈਡ ਡਾਊਨ ਹੋਇਆ, ਜਿਹਦੇ ਵਿੱਚ ਸਾਰਾ ਦਾ ਸਾਰਾ ਹਾਇਰ ਐਜੂਕੇਸ਼ਨ ਵਾਸਤੇ ਬੱਚਾ ਜਾਣਾ ਸ਼ੁਰੂ ਹੋ ਗਿਆ। ਵੈਲ ਇਸ ਟਾਈਮ ਡਿਪਲੋਮਾ ਦਾ ਸਕਸੈਸ ਰੇਟ ਘੱਟ ਹੈ। ਕਿਉਂ? ਕਿਉਂਕਿ ਜਿਹੜਾ ਡਿਪਲੋਮਾ ਕਰਨ ਦਾ ਮਕਸਦ ਜਾਂ ਡਿਸੀਜਨ ਹੈ ਉਹ ਬੱਚੇ ਦਾ ਆਪਦਾ ਨਹੀਂ ਹੈਗਾ। ਉਹ ਉੱਥੋਂ ਆਇਆ ਇੱਕ ਫੋਨ ਕਾਲ ਆਸਟ੍ਰੇਲੀਆ ਤੋਂ ਵੀ ਇੱਥੇ ਡਿਪਲੋਮਾ ਕੁਕਰੀ ਛੇਤੀ ਪੱਕੇ ਹੋ ਜਾਂਦੇ ਆ ਜਾਓ, ਡਿਪਲੋਮਾ ਸੋਸ਼ਲ ਵਰਕ ਕਰ ਲਓ, ਕੁਛ ਨਹੀਂ ਹੋਇਆ ਤਾਂ ਡਿਪਲੋਮਾ ਆਫ ਨਰਸਿੰਗ ਕਰ ਲਓ ਚਾਹੇ ਆਰਟਸ ਤੋਂ ਬਾਅਦ। ਤੇ ਉਹ ਬੱਚਾ ਜਦ ਇੱਥੋਂ ਅਪਲਾਈ ਕਰਦਾ ਹੈ ਤਾਂ ਉਹਦੀ ਜੈਨੂਇਨਨੈਸ GT ਉਹ ਕਿਤੇ ਨਾ ਕਿਤੇ ਡਿਕਲਾਈਨ ਹੋਣ ਵਾਲੇ ਪਾਸੇ ਜ਼ਿਆਦਾ ਇਨਕਲਾਈਨਡ ਹੈ। ਜ਼ਿਆਦਾ ਹਾਈ ਕਮਿਸ਼ਨ ਦੇ ਜ਼ਿਆਦਾ ਚਾਂਸਸ ਹੈ ਕਿ ਉਹ ਐਕਚੁਅਲ ਦੇ ਵਿੱਚ ਪੜ੍ਹਨ ਨਹੀਂ ਜਾ ਰਿਹਾ। ਇੱਕ ਫੋਨ ਕਾਲ ਦਾ ਮੈਜਿਕ ਹੈ ਜਿਹਦੇ ਕਰਕੇ ਉਹ ਡਿਪਲੋਮਾ ਲਈ ਐਨਰੋਲ ਹੋ ਰਿਹਾ। ਤਾਂ ਡਿਪਲੋਮਾ ਇੱਥੋਂ ਸਕਸੈਸ ਰੇਟ ਬਹੁਤ ਘੱਟ ਲੈ ਕੇ ਆ ਰਿਹਾ, ਆਈਲ ਸੇ ਹਾਰਡਲੀ 2 to 3%, whereas India to higher education is in demand, higher degrees are in demand, ਜਿਹਦੀ ਰਿਕੁਆਇਰਮੈਂਟ ਓਵਰਆਲ 6 ਨਾਟ ਲੈਸ ਦੈਨ 5.5 ਹੈਗੀ ਹੈ ਫॉर UG ਪ੍ਰੋਗਰਾਮ। ਠੀਕ ਹੈ। PG ਵਾਸਤੇ ਓਵਰਆਲ 6 ਨਾਟ ਲੈਸ ਦੈਨ 5.5 ਦੇ ਵਿੱਚ ਤੁਹਾਡੇ ਕੋਲ ਲਿਮਿਟਿਡ ਪ੍ਰੋਗਰਾਮ ਤੇ ਲਿਮਿਟਿਡ ਯੂਨੀਵਰਸਿਟੀ ਆਪਸ਼ਨਸ ਹੈ। ਅਦਰਵਾਈਜ਼ 6.5 ਬੈਂਡ ਨਾਟ ਲੈਸ ਦੈਨ 6.0
ਪੂਰਾ ਆਸਟ੍ਰੇਲੀਆ ਤੁਹਾਡੇ ਵਾਸਤੇ ਓਪਨ ਹੈ 43 ਦੀ 43 ਯੂਨੀਵਰਸਿਟੀਜ਼। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਡਿਪਲੋਮਾ ਦੇ ਵਿੱਚ ਘੱਟ ਸਕਸੈਸ ਰੇਟ ਦਿਖਦਾ ਹੈ, ਸ਼ਾਇਦ ਇਹੀ ਰੀਜ਼ਨ ਹੁੰਦਾ ਹੈ ਕਿ ਸਟੂਡੈਂਟ ਜਦੋਂ ਸਹੀ ਕੋਰਸ ਦੀ ਸਿਲੈਕਸ਼ਨ ਨਹੀਂ ਕਰਦੇ, ਬਾਅਦ ਵਿੱਚ ਜੋ ਹੈ ਪੀਆਰ ਦੇ ਵਿੱਚ ਦਿੱਕਤ ਆਉਂਦੀ ਹੈ, ਤਾਂ ਫਿਰ ਇਹ ਕਿਹਾ ਜਾਂਦਾ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਤਾਂ ਲੱਗ ਜਾਂਦਾ ਲੇਕਿਨ ਆਸਟ੍ਰੇਲੀਆ ਪੀਆਰ ਵਿੱਚ ਦਿੱਕਤ ਆ ਜਾਂਦੀ। ਤੇ ਇਹ ਮਤਲਬ ਸ਼ੁਰੂਆਤੀ ਚੀਜ਼ਾਂ ਨੇ ਜੋ ਸਟੂਡੈਂਟਸ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਚੰਗਾ ਕੰਸਲਟੈਂਟ ਹੀ ਤੁਹਾਨੂੰ ਦੂਰ ਦੀ ਸੋਚ ਕੇ ਸਲਾਹ ਦੇਗਾ। ਸਿਰਫ ਇਹ ਮਕਸਦ ਨਹੀਂ ਹੋਏਗਾ ਕਿ ਚਲੋ ਵੀਜ਼ਾ ਆ ਜਾਵੇ, ਸਟੱਡੀ ਵੀਜ਼ਾ ਆਏਗਾ, ਗੱਲ ਖਤਮ। ਸੋ ਅਗਰ ਤੁਸੀਂ ਲੌਂਗ ਟਰਮ ਸੋਚ ਕੇ ਪੀਆਰ ਲਈ ਵੀ ਸੋਚਦੇ ਹੋ ਤਾਂ ਜ਼ਰੂਰ ਸ਼ੁਰੂਆਤ ਵਿੱਚ ਹੀ ਇਹਨਾਂ ਗੱਲਾਂ ਦਾ ਧਿਆਨ ਰੱਖੋ, ਕੋਰਸ ਨੂੰ ਲੈ ਕੇ ਜਾਂ ਹੋਰ ਜਿਹੜੀ ਵੀ ਚੀਜ਼ਾਂ ਅਸੀਂ ਸ਼ੋਅ ਦੇ ਜ਼ਰੀਏ ਅਸੀਂ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਇੱਥੇ ਮੈਮ ਇੱਕ ਨਾ ਕੇਸ ਸਟੱਡੀ ਮੈਂ ਬਿਲਕੁਲ ਸਾਂਝੀ ਕਰਨਾ ਚਾਹਾਂਗਾ। ਤੁਸੀਂ ਕੋਰਸ ਦਾ ਜਿਹੜਾ ਪੁਆਇੰਟ ਛੇੜਿਆ, ਇੱਕ ਰੀਸੈਂਟਲੀ ਨਾ ਜਿਹੜੀ ਪੁਆਇੰਟ ਆਂਦਾ ਹੈ ਕੋਰਸ ਸਿਲੈਕਸ਼ਨ ਦਾ, ਉਸ 'ਚ ਓਵਰ ਕੌਨਫੀਡੈਂਸ ਐਂਡ ਕੌਨਫੀਡੈਂਸ ਬੜਾ ਬਰੀਕ ਜੀ ਲਕੀਰ ਹੈਗੀ ਹੈ ਜਿਸ ਕਰਕੇ ਵੀਜ਼ਾ ਮਿਲਦਾ ਜਾਂ ਨਹੀਂ ਮਿਲਦਾ। ਜੀ ਜੀ, ਆਈ ਰੀਸੈਂਟਲੀ ਕੇਮ ਅਕ੍ਰੋਸ ਅ ਰਿਫਿਊਜ਼ਲ ਫਰਮ ਬੜਾ ਨਾਮੀ ਕੰਸਲਟੈਂਟ। ਉਹ ਪ੍ਰੋਫਾਈਲ ਦੇ ਵਿੱਚ ਉਹਨਾਂ ਦੀ ਬੀਟੈਕ ਮਕੈਨੀਕਲ ਇੰਜੀਨੀਅਰ ਸੀਗੀ 2012 ਦੇ ਵਿੱਚ, 72 PT, ਉਸ ਤੋਂ ਬਾਅਦ 9 ਸਾਲ ਦਾ ਲਗਾਤਾਰ ਐਕਸਪੀਰੀਅੰਸ, ਸੈਲਰੀ ਬੈਂਕ ਦੇ ਵਿੱਚ। ਇੱਕ ਉਹ ਡ੍ਰੀਮ ਪ੍ਰੋਫਾਈਲ ਹੁੰਦੀ ਨਾ ਵੀ ਹਰ ਪਾਸਿਓਂ ਐਵਰੀਥਿੰਗ ਵਾਸ ਦੇਅਰ। 3.5-4 ਕਰੋੜ ਦੀ ਪ੍ਰਾਪਰਟੀਜ਼ ਤੇ ਐਸੈਟ ਜਿਹੜੇ ਉਹਨੇ ਫਾਈਲ ਵਿੱਚ ਦਿਖਾਏ ਸੀ, ਫਿਰ ਵੀ ਹਾਈ ਕਮਿਸ਼ਨ ਨੇ ਉਹਦਾ ਵੀਜ਼ਾ ਰਿਫਿਊਜ਼ ਕਰਤਾ GT ਦੇ ਬੇਸ ਤੇ। ਐਂਡ ਵਾਂਸ ਯੂ ਰੀਡ ਦਾ ਰਿਫਿਊਜ਼ਲ ਲੈਟਰ, ਉਹ ਬਿਲਕੁਲ ਕਲੀਅਰ ਹੋ ਜਾਂਦਾ ਹਾਈ ਕਮਿਸ਼ਨ ਨੇ ਸਹੀ ਕੀਤਾ। ਕਾਰਨ ਉਹਦਾ ਐਕਸਪੀਰੀਅੰਸ ਜਿਹੜਾ ਇੱਥੇ ਸੀ, ਉਹਦੀ ਲਾਸਟ ਡੈਜ਼ਿਗਨੇਸ਼ਨ ਸੀ ਸੀਨੀਅਰ ਇੰਜੀਨੀਅਰ ਜੀ, ਵਰਡ ਦੇਖਣੇ ਸੀਨੀਅਰ ਇੰਜੀਨੀਅਰ। ਹੁਣ ਉਹ ਜਾ ਰਿਹਾ ਸੀ ਮਾਸਟਰਸ ਆਫ ਪ੍ਰੋਫੈਸ਼ਨਲ ਇੰਜੀਨੀਅਰਿੰਗ ਕੋਰਸ ਦੇ ਵਾਸਤੇ। ਇੱਕ ਆਮ ਆਦਮੀ ਦੇਖੇਗਾ ਪ੍ਰੋਪਰ ਹੈ ਜੀ ਇੰਜੀਨੀਅਰ ਹੈ ਤੇ ਇੰਜੀਨੀਅਰਿੰਗ ਵਾਸਤੇ ਜਾ ਰਿਹਾ ਹੈ। ਹਾਊਐਵਰ ਜਿਹੜੇ ਕੋਰਸ ਕੰਟੈਂਟ ਉਸ ਪਾਰਟਿਕੂਲਰ ਪ੍ਰੋਗਰਾਮ ਦੇ ਸੀ, ਉਹ ਸਾਰੇ ਮੋਡਿਊਲ ਸੀ ਜੋ ਉਹਨੇ ਪ੍ਰੈਕਟੀਕਲੀ ਕੀਤੇ ਹੋਏ ਆ, ਜੋ ਬੇਸਿਕਸ ਚ ਆਉਂਦੇ। ਬਿਲਕੁਲ ਬੇਸਿਕ ਉਹਨੇ ਆਪਣੇ 9 ਸਾਲ ਦੇ ਐਕਸਪੀਰੀਅੰਸ ਚ ਸਾਰਾ ਕੁਝ ਕਵਰ ਕਰ ਚੁੱਕਿਆ ਹੈ। ਫਿਰ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਪੜ੍ਹਾਈ ਸਿਖਾਏਗੀ, ਐਂਡ ਸੈਕੰਡ ਐਸਪੈਕਟ ਉਹ ਕੋਰਸ ਦਾ ਐਂਟਰੀ ਕ੍ਰਾਈਟੇਰੀਆ ਸਿੰਪਲ ਗ੍ਰੈਜੂਏਸ਼ਨ ਸੀ, ਬੀਟੈਕ ਇੰਜੀਨੀਅਰਿੰਗ। ਦੈਟ ਮੀਨਸ ਉਹ ਬੱਚੇ ਦੇ ਨਾਲ, ਉਹ ਸਟੂਡੈਂਟ ਦੇ ਨਾਲ ਉਹ ਸਾਰੇ ਸਟੂਡੈਂਟ ਬੈਠੇ ਹੋਣਗੇ ਜੋ ਫਰੈਸ਼ ਪਾਸ ਆਊਟ ਹੋਣਗੇ। ਉਹਨੂੰ 9 ਸਾਲ ਦਾ ਐਕਸਪੀਰੀਅੰਸ ਮੈਂ ਆਪ ਹੀ ਐਜ਼ ਅ ਕੈਂਡੀਡੇਟ ਮਿੱਟੀ ਕਰਤਾ। ਤੇ ਮੈਂ ਉਸ ਕਲਾਸ 'ਚ ਜਾ ਕੇ ਬਹਿ ਗਿਆ ਜਿੱਥੇ ਕਿ ਸਾਰੇ ਫਰੈਸ਼ ਪਾਸ ਆਊਟ ਨੇ। ਮੈਂ 9 ਸਾਲ ਦੇ ਐਕਸਪੀਰੀਅੰਸ ਦਾ ਕੋਈ ਐਡਵਾਂਟੇਜ ਨਹੀਂ ਲਿੱਤਾ। ਹਾਈ ਕਮਿਸ਼ਨ GT ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰਦੀ ਹੈ। ਇਟ ਇਜ਼ ਨਾਟ ਦ ਟਾਈਟਲ ਆਫ ਦਾ ਪ੍ਰੋਗਰਾਮ ਇੰਜੀਨੀਅਰਿੰਗ ਗ੍ਰੈਜੂਏਟ, ਇੰਜੀਨੀਅਰਿੰਗ ਮਾਸਟਰਸ, ਨੋ, ਇਟ ਇਜ਼ ਦਾ ਕੋਰਸ ਕੰਟੈਂਟ। ਤੁਸੀਂ ਕੀ ਪੜ੍ਹੋਗੇ, ਕੀ ਉਹ ਪੜ੍ਹਾਈ ਤੁਹਾਡੇ ਪ੍ਰੋਫਾਈਲ ਦੇ ਵਿੱਚ ਵਾਧਾ ਲੈ ਕੇ ਆਏਗੀ। ਆ ਇੱਕ ਵਰਡ ਜਿਹੜਾ ਵਾਧਾ ਨਾ, ਇਹਨੂੰ ਆਪਣੇ ਗੱਠ ਬੰਨ ਲੈਣੀ ਹੈ। ਬਿਲਕੁਲ, ਕਿਉਂਕਿ ਜਦ ਆਪਾਂ ਐਜ਼ ਐਨ ਇੰਡੀਅਨ ਪੈਸੇ ਲਾਉਂਦੇ ਆ ਨਾ, ਆਪਾਂ ਆਪਣੇ ਪ੍ਰੋਫਾਈਲ ਦੇ ਵਿੱਚ ਵਾਧਾ ਕਰਦੇ ਆ, ਚਾਹੇ ਉਹ ਵੱਡੀ ਗੱਡੀ ਲੈਣਾ ਹੈ, ਘਰ ਵਾਸਤੇ ਚੀਜ਼ਾਂ ਲੈਣੇ, ਕੱਪੜੇ ਲੈਣੇ ਆ, ਆਪਾਂ ਵਾਰਡਰੋਬ ਦੇ ਵਿੱਚ ਵੀ ਵਾਧਾ ਕਰਦੇ ਆ। ਤਾਂ ਉਹ ਚੀਜ਼ ਜਿਹੜੀ ਮੇਰੇ ਕੋਲ ਆਲਰੇਡੀ ਹੈਗੀ ਹੈ, ਮੈਂ ਉਸ ਤੇ ਪੈਸੇ ਨਹੀਂ ਖਰਚਾਂਗਾ। ਜੀ ਜੀ ਜੀ, ਹਾਈ ਕਮਿਸ਼ਨ ਬੜਾ ਸਿੰਪਲ ਹੈ ਤੇ ਨਾ ਬੜਾ ਸਿੰਪਲ ਫਾਰਮੂਲਾ ਹੈ। ਅਮੇਜ਼ਿੰਗ ਪਾਰਟ ਇਹ ਹੈ ਫਿਰ ਵੀ ਕਾਫੀ ਬੱਚੇ ਰਿਫਿਊਜ਼ ਹੋ ਜਾਂਦੇ ਨੇ, ਰਿਫਿਊਜ਼ ਕਰਾ ਲੈਂਦੇ ਆ ਵੀਜ਼ਾ, ਕਿਉਂਕਿ ਕਿਤੇ ਨਾ ਕਿਤੇ ਆਪਣਾ ਪਾਰਟਿਸਿਪੇਸ਼ਨ ਨਹੀਂ ਕਰਦੇ ਕੋਰਸ ਸਿਲੈਕਸ਼ਨ ਦੇ ਵਿੱਚ। ਸਾਰਾ ਕੁਝ ਕੰਸਲਟੈਂਟ ਦੇ ਸਿਰ ਤੇ ਛੱਡਿਆ ਹੋਇਆ। ਉਹ ਟਰਸਟ ਲਾ ਲਓ, ਅੰਧ ਵਿਸ਼ਵਾਸ ਲਾ ਲਓ, ਕੁਝ ਵੀ ਹੈ, ਬਟ ਬਾय द एंड इट इज़ योर लाइफ, योर मनी, you have to be responsible for that। ਜੀ ਬਿਲਕੁਲ, ਤੇ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਪਤਾ ਹੋਵੇ ਕਿਹੜੀ ਚੀਜ਼ਾਂ ਕਿਵੇਂ ਦੇਖੀਆਂ ਜਾਂਦੀਆਂ ਤੁਹਾਡੀ ਪ੍ਰੋਫਾਈਲ ਦੇ ਵਿੱਚ, ਤਾਂ ਕਿ ਤੁਸੀਂ ਸਮਝੋ, ਆਪਣੇ ਜਿਸ ਵੀ ਕੰਸਲਟੈਂਟ ਕੋਲ ਜਾਂਦੇ ਤੁਸੀਂ ਸਵਾਲ ਕਰ ਸਕੋ ਕਿ ਮੈਨੂੰ ਇਹ ਕੋਰਸ ਕਿਉਂ ਦਿੱਤਾ ਜਾ ਰਿਹਾ, ਜਾਂ ਫਿਰ ਮੇਰਾ ਇੰਨਾ ਐਕਸਪੀਰੀਅੰਸ ਹੈ ਉਸ ਦੇ ਅਕੋਰਡਿੰਗਲੀ ਮੇਰਾ ਇਹ ਕੋਰਸ ਹੋਣਾ ਚਾਹੀਦਾ ਹੈ। ਜਦ ਤੱਕ ਤੁਸੀਂ ਖੁਦ ਅਵੇਅਰ ਨਹੀਂ ਹੋਗੇ, ਤੁਹਾਨੂੰ ਪਤਾ ਨਹੀਂ ਚੱਲੇਗਾ, ਉਦੋਂ ਤੱਕ ਜੋ ਹੈ ਤੁਹਾਡੇ ਲਈ ਕਿਤੇ ਨਾ ਕਿਤੇ ਮੁਸ਼ਕਿਲ ਆ ਸਕਦੀ ਹੈ। ਤੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਕਿਸੇ ਵੀ ਪ੍ਰੋਫਾਈਲ ਵਿੱਚ ਕਿਤੇ ਵੀ ਸਟੱਡੀ ਵੀਜ਼ਾ ਲਈ ਦਿੱਕਤ ਆਵੇ। ਸੋ ਇਸ ਜਾਣਕਾਰੀ ਤਾਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ESS ਗਲੋਬਲ ਦਾ ਜੋ ਨੰਬਰ ਹੈ ਲਗਾਤਾਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਤੁਸੀਂ ਇਸ ਉੱਪਰ ਕਾਲ ਕਰਕੇ ਕਾਉਂਸਲਿੰਗ ਲੈ ਸਕਦੇ ਹੋ, ਗਾਈਡੈਂਸ ਵੀ ਲੈ ਸਕਦੇ ਹੋ। ਤੇ ਜੇ ਤੁਸੀਂ ਵਿਜ਼ਿਟ ਕਰਨਾ ਚਾਹੋ ਡਿਟੇਲ ਵਿੱਚ ਨੀਚੇ ਕਿਹੜੇ ਸ਼ਹਿਰ ਵਿੱਚ ਕਿੱਥੇ ਬ੍ਰਾਂਚ ਹੈ ਉਹ ਵੀ ਡਿਟੇਲ ਵਿੱਚ ਆ ਰਹੀ ਹੈ, ਤੁਸੀਂ ਜਾ ਸਕਦੇ ਹੋ ਆਪਣੇ ਡਾਕੂਮੈਂਟਸ ਲੈ ਕੇ, ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਵਾ ਕੇ ਤੁਹਾਨੂੰ ਪਤਾ ਚੱਲੇ ਕਿ ਤੁਹਾਡੀ ਜੋ ਪ੍ਰੋਫਾਈਲ ਹੈ ਕਿੱਥੇ ਲਈ ਐਲੀਜੀਬਲ ਹੈ। ਕੈਨੇਡਾ ਦੀ ਵੀ ਗੱਲ ਕਰ ਲੈਂਦੇ ਆ ਨਾਲ, ਕਿਉਂਕਿ ਕਈ ਸਵਾਲ ਸਾਡੇ ਕੋਲ ਜਿਹੜੇ ਕੈਨੇਡਾ ਲਈ ਆਏ ਹੁੰਦੇ ਨੇ। ਤਾਜ਼ਾ ਮਾਹੌਲ ਦੀ ਗੱਲ ਕਰ ਲਈਏ, ਪਹਿਲਾਂ ਪਿੱਛੇ ਜੇ ਨੌਨ SGS ਪ੍ਰੋਫਾਈਲਸ ਉੱਪਰ ਬਹੁਤ ਰਿਫਿਊਜ਼ਲ ਰੇਟ ਰਿਹਾ, ਅੱਜ ਦੇ ਟਾਈਮ ਵਿੱਚ ਨੌਨ SGS ਪ੍ਰੋਫਾਈਲਸ ਲਈ ਕਿਸ ਤਰੀਕੇ ਦਾ ਰੁਝਾਨ ਦਿਖ ਰਿਹਾ ਕੈਨੇਡਾ ਲਈ? ਦੇਖੋ, ਨੌਨ SGS ਬੇਸਿਕਲੀ ਮੇਰਾ ਦਿਮਾਗ ਕਹਿੰਦਾ ਹੈ, ਮੇਰਾ ਕੈਲਕੂਲੇਸ਼ਨ ਔਰ ਮੇਰਾ ਰਿਸਰਚ ਵਰਕ ਕਹਿੰਦਾ ਹੈ ਨੌਨ SGS ਦਾ ਟਾਈਮ ਚਲਾ ਗਿਆ ਜੀ। ਨੌਨ SGS ਦਾ ਟਾਈਮ ਕਿਉਂ ਚਲਾ ਗਿਆ? ਅੱਜ ਹਾਈ ਕਮਿਸ਼ਨ ਕੋਲ 5,05,000 ਪਲੱਸ ਐਪਲੀਕੇਸ਼ਨਸ ਪੈਂਡਿੰਗ ਹੈ ਜੀ, ਤੇ ਉਹਨਾਂ ਦਾ ਮੈਕਸਿਮਮ ਕੋਟਾ 78,000 to 80,000 ਦਾ ਹੈਗਾ ਇੰਡੀਆ ਦਾ ਵੀਜ਼ਾ ਗ੍ਰਾਂਟ ਦੇਣ ਦਾ। ਓਕੇ, ਹੁਣ ਜਿੱਥੇ 5 ਲੱਖ ਐਪਲੀਕੇਸ਼ਨਾਂ ਪਈਆਂ ਨੇ, ਐਂਡ ਆਈ ਐਮ ਸ਼ੋਰ ਇਹ 5 ਲੱਖ ਐਪਲੀਕੇਸ਼ਨ ਵਿਲ ਬੀ ਅ ਗੁੱਡ ਮਿਕਸ ਆਫ SGS ਐਂਡ ਨੌਨ SGS। ਜੇ 78-80,000 ਵੀਜ਼ਾ ਦੇਣਾ ਹੈ
ਤੇ ਉਹ ਹਾਈ ਕਮਿਸ਼ਨ ਕੋਲ ਇਸ ਟਾਈਮ 2.25 ਲੱਖ ਅੰਬੈਸੀ ਵਿੱਚ ਐਸਡੀਐਸ ਕੁਆਲੀਫਾਈਂਗ ਪ੍ਰੋਫਾਈਲਾਂ ਵੀ ਪਈਆਂ ਹੋਣਗੀਆਂ। ਬਿਲਕੁਲ ਬਿਲਕੁਲ। ਤਾਂ ਨਾਨ ਐਸਡੀਐਸ ਦੀ ਵਾਰੀ ਤਾਂ ਖੈਰ ਆਣੀ ਨਹੀਂ ਹੈਗੀ। ਉਸ ਚਾਹੇ ਤੁਸੀਂ 1.5 ਇਟ ਇਜ਼ ਟੋਟਲ ਹਿਸਟਰੀ, ਕਿਸਮਤ ਜਾਂ ਅਰਦਾਸ ਦੇ ਸਿਰ ਤੇ ਉਹਦੀ ਜਿਹੜਾ ਵੀਜ਼ਾ ਆਉਣ ਦੇ ਚਾਂਸਸ ਹੈ। ਅਦਰਵਾਈਜ਼ ਲੌਜੀਕਲੀ ਉਹ ਐਪਲੀਕੇਸ਼ਨ ਵੀ ਨਾ ਲੱਗੇ ਤਾਂ ਜ਼ਿਆਦਾ ਵਧੀਆ, ਪੈਸੇ ਤੇ ਟਾਈਮ ਦੋਨੋਂ ਬਚੇਗਾ ਕਿਉਂਕਿ ਪ੍ਰੋਸੈਸਿੰਗ ਟਾਈਮ 3 ਮਹੀਨੇ ਦਾ ਹੈਗਾ। ਠੀਕ ਹੈ। ਵੈਰਸ ਪੀਟੀ ਤੁਸੀਂ ਹਜੇ ਵੀ ਚਾਂਸ ਲੈ ਸਕਦੇ ਹੋ। ਪੀਟੀ ਦੇ ਵਿੱਚ ਬਹੁਤ ਸਾਰੇ ਚੈਲੰਜਸ ਆਉਂਦੇ ਪਏ ਨੇ ਰਿਗਾਰਡਿੰਗ ਦਾ ਆਥੈਂਟੀਕੇਸ਼ਨ। ਬਹੁਤ ਸਾਰੇ ਕੰਸਰਨਸ ਹਾਈ ਕਮਿਸ਼ਨ ਦੇ ਆਏ ਨੇ ਰਿਗਾਰਡਿੰਗ ਆਥੈਂਟੀਕੇਸ਼ਨ ਆਫ ਪੀਟੀ, ਜਿਹੜਾ ਕਿਤੇ ਇੱਕ ਫਰਾਡ ਇੱਕ ਆਇਲਸ ਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਹੋਇਆ ਸੀ, ਉਹ ਕਿਤੇ ਨਾ ਕਿਤੇ ਪੀਟੀ ਦੇ ਵਿੱਚ ਅੱਜ ਸ਼ੁਰੂ ਹੋ ਰਿਹਾ ਹੈ ਜਾਂ ਦਰਮਿਆਨੇ ਤੌਰ ਤੇ ਕਿਤੇ ਨਾ ਕਿਤੇ ਰੂਟ 'ਚ ਪੈ ਰਿਹਾ। ਤਾਂ ਪੀਟੀ ਨੂੰ ਲੈ ਕੇ ਹਾਈ ਕਮਿਸ਼ਨ ਬੜਾ ਕੰਸਰਨ ਹੈ ਤੇ ਉਹਦੇ ਵਿੱਚ ਉਹਦੀ ਵੈਰੀਫਿਕੇਸ਼ਨ, ਉਹਦੀ ਆਥੈਂਟਿਸਿਟੀ ਨੂੰ ਬਹੁਤ ਚੰਗੀ ਤਰੀਕੇ ਨਾਲ ਪਰਖ ਕੇ ਹੀ ਉਹਦਾ ਅੱਗੇ ਡਿਸੀਜਨ ਦਿੱਤਾ ਜਾਂਦਾ ਹੈਗਾ। ਵੈਰਐਜ਼ ਜੇ ਕੈਨੇਡਾ ਕਰਨਾ ਹੈ, ਬੜਾ ਸਿੰਪਲ ਸ਼ਾਰਟਕਟ ਐਂਡ ਸਵੀਟ ਆਨਸਰ, ਬੀ ਐਸਜੀਐਸ ਕੁਆਲੀਫਾਈਂਗ। ਤੁਹਾਡਾ ਗੈਪ ਚਾਹੇ 4 ਸਾਲ ਦਾ, 5 ਸਾਲ ਦਾ, 7 ਸਾਲ ਦਾ, ਡਜ਼ਨਟ ਮੈਟਰ, ਬਟ ਆਇਲਸ ਕਰਕੇ ਹੀ ਕੈਨੇਡਾ 'ਚ ਅਪਲਾਈ ਕਰੋ। ਜੀ 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 ਬਿਲਕੁਲ। ਤੇ ਆਇਲਸ ਦਾ ਪ੍ਰੋਪਰ ਆਇਲਸ ਸਕੋਰ ਮਤਲਬ ਓਵਰਆਲ 6 ਅਸੀਂ ਕਹਿ ਸਕਦੇ ਹਾਂ। ਓਵਰਆਲ 6, ਇੰਡੀਵਿਜੂਅਲ 6, ਯੈਸ। ਜੀ 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 ਬਿਲਕੁਲ। ਸੋ ਕਿਉਂਕਿ ਬਹੁਤ ਸਾਰੀ ਪ੍ਰੋਫਾਈਲ ਸਾਡੇ ਕੋਲ ਆਉਂਦੀਆਂ ਜੀ, ਸਾਡੇ ਓਵਰਆਲ 6 ਨੇ, ਇੱਕ ਵਿੱਚ ਸਾਡੇ 5.5 ਰਹਿ ਗਏ, ਕੀ ਅਸੀਂ ਕੈਨੇਡਾ ਲਈ ਅਪਲਾਈ ਕਰ ਲਈਏ। ਪਰ ਇੱਥੇ ਗੱਲ ਇਹ ਵੀ ਹੈ ਕਿ ਕਈ ਕੰਸਲਟੈਂਟਸ ਜੋ ਹੈ ਸਟੂਡੈਂਟਸ ਨੂੰ ਇਹ ਰਾਏ ਦੇ ਦਿੰਦੇ ਨੇ ਕਿ ਕੋਈ ਗੱਲ ਨਹੀਂ, ਇੱਕ 'ਚ 5.5 ਹੈ ਤੁਹਾਡਾ ਹੋ ਜਾਏਗਾ। ਤਾਂ ਇਸ ਨੂੰ ਅਸੀਂ ਕਿੰਨਾ ਕੁ ਸੱਚ ਮੰਨੀਏ, ਕਿੰਨਾ ਕੁ ਝੂਠ ਮੰਨੀਏ? ਦੇਖੇ ਇਹ ਬੇਸਿਕਲੀ ਅੱਧਾ ਸੱਚ ਹੈ। ਕਿਉਂ ਹੋ ਜਾਏਗਾ? ਉਹ ਇਸ ਤਰ੍ਹਾਂ ਜਦ ਇੱਕ ਸਟੂਡੈਂਟ ਐਪਲੀਕੇਸ਼ਨ ਆਪਣੀ ਵੀਜ਼ਾ ਫਾਈਲ ਕੋਲ ਲੈ ਕੇ ਜਾਂਦਾ ਨਾ ਕੰਸਲਟੈਂਟ ਕੋਲ, ਤਾਂ ਉਹਦੀ ਪਹਿਲੀ ਜਿੱਤ ਤਾਂ ਉਹ ਉਦੋਂ ਮਹਿਸੂਸ ਕਰਦਾ ਜਦ ਉਹਦਾ ਆਫਰ ਆ ਜਾਂਦਾ ਹੈ। ਹੁਣ ਕੈਨੇਡਾ ਦੇ ਵਿੱਚ 50% ਇੰਸਟੀਚਿਊਟ 1.5, 2.5 ਨਾਲ ਆਫਰ ਦਿੰਦੇ ਨੇ, ਬਿਲਕੁਲ ਦਿੰਦੇ ਨੇ, ਐਪਲੀਕੇਸ਼ਨ ਫੀਸਾਂ ਲੈ ਕੇ। $100 ਲੈ ਲੇ, $200 ਲੈ ਲੇ ਐਪਲੀਕੇਸ਼ਨ ਫੀਸਿਸ ਦੇ, ਤੇ ਜ਼ਰੂਰ ਉਹ 1.5, 2.5 ਨਾਲ ਆਫਰ ਲੈਟਰ ਦਿੰਦੇ ਨੇ। ਪਰ ਕੀ ਮਕਸਦ ਆਫਰ ਲੈਟਰ ਲੈਣ ਦਾ ਔਰ ਵੀਜ਼ਾ ਵਾਲੇ ਪਾਸੇ ਜਾਣ ਦਾ। ਵੀਜ਼ਾ ਵਾਲੇ ਪਾਸੇ ਜਾਣਾ ਤਾਂ ਹਾਈ ਕਮਿਸ਼ਨ ਦਾ ਟ੍ਰੈਂਡ ਦੇਖੋ, ਹਾਈ ਕਮਿਸ਼ਨ ਦੀ ਚੈੱਕਲਿਸਟ ਦੇਖੋ, ਹਾਈ ਕਮਿਸ਼ਨ ਦਾ ਉਹ ਡੇਟਾ ਦੇਖੋ ਜੋ ਇੰਟਰਨੈਟ ਤੇ ਅਵੇਲੇਬਲ ਹੈ CIC ਦੀ ਵੈਬਸਾਈਟ ਉੱਤੇ। ਕਿਤੇ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਹੈ। CIC ਦਾ ਡਾਟਾ ਦੇਖੋਗੇ, SGS ਨਾਨ SGS ਦਾ ਡੇਟਾ ਉੱਥੋਂ ਨਿਕਲ ਜਾਂਦਾ ਐਂਡ ਤੁਸੀਂ ਉਹਦੇ ਫੈਕਟਸ ਐਂਡ ਫਿਗਰ ਲੈ ਕੇ ਹੀ ਆਪਣਾ ਡਿਸੀਜਨ ਲੈ ਸਕਦੇ ਹੋ। ਬੜੇ ਸਿੰਪਲ ਜਿਹਾ ਕੁਐਸਚਨ ਦਾ ਆਨਸਰ ਤੁਸੀਂ ਆਪਣੇ ਆਪ ਨੂੰ ਦੇਣਾ ਕਿ ਐਡਮਿਸ਼ਨ ਲੈਣ ਲਈ ਪ੍ਰੋਸੈਸ ਸ਼ੁਰੂ ਕਰਨਾ ਹੈ ਜਾਂ ਵੀਜ਼ਾ ਲੈਣ ਲਈ ਪ੍ਰੋਸੈਸ ਸ਼ੁਰੂ ਕਰਨਾ ਹੈ। ਬਿਲਕੁਲ 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 ਸਹੀ ਕਿਹਾ ਤੁਸੀਂ। ਇਹ ਫਰਕ ਸਟੂਡੈਂਟਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਿਰਫ ਆਫਰ ਲੈਟਰ ਲੈ ਕੇ ਜੋ ਤੁਸੀਂ ਖੁਸ਼ ਹੋ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਬਸ ਆਫਰ ਲੈਟਰ ਆ ਗਈ ਮੀਨ ਸਾਡਾ ਵੀਜ਼ਾ ਲੱਗ ਗਿਆ। ਸੋ ਇਹਨਾਂ ਚੀਜ਼ਾਂ ਦੀ ਅਸਲੀਅਤ ਨੂੰ ਸਮਝਣਾ ਤੁਸੀਂ ਜਦੋਂ ਸ਼ੁਰੂ ਕਰੋਗੇ ਤਾਂ ਹੀ ਤੁਹਾਨੂੰ ਅਸਲ ਚੀਜ਼ਾਂ ਦਾ ਪਤਾ ਚੱਲੇਗਾ। ਜਿੱਥੇ ਅਸੀਂ ਯਾਨੀ ਹੁਣ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ SGS ਪ੍ਰੋਫਾਈਲ ਹੋਏਗੀ ਓਵਰਆਲ 6 ਬੈਂਡ, ਜਿਵੇਂ ਆਪਾਂ ਕਹੀਏ 6 ਈਚ ਤੁਹਾਨੂੰ ਚਾਹੀਦੇ ਹੀ ਚਾਹੀਦੇ ਨੇ। ਤੇ ਕਿਉਂ ਸਟੂਡੈਂਟਸ ਇਸ ਚੀਜ਼ ਤੋਂ ਭੱਜਦੇ ਨੇ ਕਿ ਜਦ ਤੁਸੀਂ ਜਾਣਾ ਹੀ ਹੈ ਕਿਸੇ ਹੋਰ ਕੰਟਰੀ ਵਿੱਚ ਜਿੱਥੇ ਤੁਹਾਨੂੰ ਇੰਗਲਿਸ਼ ਬੋਲਣੀ ਹੀ ਪਏਗੀ, ਫਿਰ ਤੁਸੀਂ ਆਇਲਸ ਤੇ ਥੋੜੀ ਹੋਰ ਮਿਹਨਤ ਕਰ ਲਓ ਤਾਂ ਤੁਹਾਡਾ ਜੋ ਹੈ ਵੀਜ਼ਾ ਸਕਸੈਸ ਰੇਟ ਜ਼ਰੂਰ ਵੱਧ ਜਾਏਗਾ। ਕੈਨੇਡਾ ਸਟ੍ਰਿਕਟ ਹੈ ਨਾਨ SGS ਪ੍ਰੋਫਾਈਲਸ ਨੂੰ ਲੈ ਕੇ ਵੀ। ਸਪਾਊਸ ਵੀਜ਼ਾ ਨੂੰ ਲੈ ਕੇ ਕਿੰਨੀ ਕੁ ਸਟ੍ਰਿਕਟਨੈਸ ਚੱਲ ਰਹੀ ਹੈ? ਕਿਉਂਕਿ ਮੋਸਟਲੀ ਅਸੀਂ ਦੇਖਦੇ ਹਾਂ ਕਿ ਕੈਨੇਡਾ ਲਈ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਜ਼ਿਆਦਾ ਪਹਿਲਾਂ ਦੌੜ ਸੀ, ਪਿੱਛੇ ਹੁਣ ਰੁਕ ਗਿਆ, ਤੇ ਹੁਣ ਕੀ ਮਾਹੌਲ ਹੈ? ਦੇਖੋ ਵੀਜ਼ਾਸ ਤਾਂ ਉਹਨਾਂ ਦੇ ਨਾਰਮਲੀ ਆਉਂਦੇ ਪਏ ਜਿਵੇਂ ਪਹਿਲਾਂ ਆਉਂਦੇ ਸੀਗੇ, देयर इज नो ਚੇਂਜ ਇਨ ਦੈਟ। ਜਿਹੜਾ 1.5 ਸਾਲ ਕੋਵਿਡ ਕਰਕੇ ਐਪਲੀਕੇਸ਼ਨ ਰੁਕੀਆਂ ਸੀਗਾ ਉਹ ਦੁਬਾਰਾ ਕਿਤੇ ਸਕਸੈਸਫੁਲੀ ਸ਼ੁਰੂ ਹੋ ਚੁੱਕੀਆਂ ਨੇ। ਬਟ ਜਿਹੜਾ ਸਬਰ ਹੈ ਨਾ, ਜਿਹੜਾ ਕਲੌਜ਼ ਉਹਦੇ ਵੀਜ਼ਾ ਵਿੱਚ ਲੱਗੇ ਹੁੰਦੇ ਨੇ, ਫੋਰ ਐਗਜ਼ਾਮਪਲ ਜਦ ਇੱਕ ਪਹਿਲਾਂ ਤੁਹਾਡਾ ਸਪਾਊਸ ਮੇਨ ਐਪਲੀਕੈਂਟ ਪੜ੍ਹਨ ਜਾਂਦਾ ਹੈ, ਉਹਨੂੰ ਵੀਜ਼ਾ ਸ਼ਰਤਾਂ ਤੇ ਮਿਲਦਾ ਹੈ। ਸ਼ਰਤਾਂ ਦੇ ਵਿੱਚ ਤੁਹਾਡਾ ਪੜ੍ਹਾਈ ਪੂਰੀ ਹੋਣਾ ਜਾਂ ਪੜ੍ਹਾਈ 'ਚ ਪਾਸ ਹੋਣਾ, ਅਟੈਂਡੈਂਸ ਇੰਨੀ ਰੱਖਣਾ 80% ਫੋਰ ਐਗਜ਼ਾਮਪਲ। ਜਦ ਇੱਥੋਂ ਉਹਦਾ ਬੈਟਰ ਹਾਫ ਫਾਈਲ ਲਾਂਦਾ ਹੈ, ਉਹਨਾਂ ਦੇ ਸਪਾਊਸ ਇੱਥੋਂ ਫਾਈਲ ਲਾਂਦੇ ਨੇ, ਤਾਂ ਉਹਨਾਂ ਦੀ ਪ੍ਰੋਫਾਈਲ ਵੇਖੀ ਜਾਂਦੀ ਹੈ ਕਿ ਉਹਨਾਂ ਨੇ ਸ਼ਰਤਾਂ ਦਾ ਮਾਨ ਰੱਖਿਆ ਕਿ ਨਹੀਂ ਰੱਖਿਆ। ਜੇ ਇੱਕ ਐਪਲੀਕੈਂਟ ਨੇ 2 ਕਾਲਜ ਚੇਂਜ ਕਰ ਲਏ ਉੱਥੇ 6-8 ਮਹੀਨੇ ਦੇ ਵਿੱਚ, ਤੇ ਪੜ੍ਹਾਈ ਹਜੇ ਸ਼ੁਰੂ ਹੀ ਨਹੀਂ ਹੋਈ ਜਿਹੜੀ ਸਾਲ ਪਹਿਲਾਂ ਕਰਨ ਗਏ ਸੀ, ਕਿ ਕਾਲਜ ਚੇਂਜ ਹੋਏ ਤਾਂ ਕਲਾਸਾਂ ਚੇਂਜ ਹੋਈਆਂ ਤੇ ਉਹਨਾਂ ਦੇ ਸਪਾਊਸ ਦਾ ਵੀਜ਼ਾ ਆਉਣ ਦੇ ਚਾਂਸ ਬਿਲਕੁਲ ਹੀ ਬਲੀਕ ਹੈ, ਬਿਲਕੁਲ ਬਲੀਕ ਹੈ। ਕਿਉਂਕਿ ਉਹ ਦੂਸਰੀ ਨਾਨ ਐਲੀਜੀਬਲ ਐਂਟਰੀ ਨਹੀਂ ਵੜਨ ਦੇਣਗੇ ਕਿਉਂਕਿ ਪਹਿਲੇ ਵਾਲੇ ਨੇ ਵੀਜ਼ਾ ਦੀ ਸ਼ਰਤਾਂ ਦਾ ਮਾਨ ਨਹੀਂ ਰੱਖਿਆ। ਕਿਉਂਕਿ ਉਹ ਕਾਲਜ ਉਦੋਂ ਚੇਂਜ ਹੁੰਦਾ ਜਦ ਵਧੀਆ ਕਾਲਜ ਤੋਂ ਘੱਟ ਵਧੀਆ ਕਾਲਜ, ਘੱਟ ਵਧੀਆ ਕਾਲਜ ਤੋਂ ਘਟੀਆ ਕਾਲਜ ਜਾਇਆ ਜਾਂਦਾ ਹੈ, ਕਿਉਂਕਿ ਉਹਦੇ ਬੈਕਗਰਾਊਂਡ ਦੇ ਵਿੱਚ ਕੰਮ ਕਰਨਾ ਹੁੰਦਾ ਹੈ। ਜਿਵੇਂ 2 ਦਿਨ ਕਲਾਸ ਲਾਣੀ ਪਵੇ, 1 ਦਿਨ ਲਾਣੀ ਪਵੇ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਇੱਕ ਬੰਦਾ ਇੰਡੀਆ 'ਚ ਬੈਠਾ ਹੈ ਉਹਦਾ ਵੀਜ਼ਾ ਲੱਗਣ ਦਾ ਚਾਂਸ ਬਹੁਤ ਜ਼ਿਆਦਾ ਘੱਟ ਹੈ। ਬਟ ਮੈਂ ਇਹ ਕਹਾਂਗਾ ਜੇ ਤੁਸੀਂ ਉਹ ਆਪਣਾ ਇੱਕ ਟਰਸਟ ਫੈਕਟਰ ਦੋਨਾਂ ਕਪਲ ਦੇ ਵਿੱਚ, ਦੋਨਾਂ ਲੋਕਾਂ ਦੇ ਵਿੱਚ ਹੈਗਾ ਵੀ ਐਜ਼ ਏ ਵਾਈਫ ਔਰ ਐਜ਼ ਏ ਹਸਬੈਂਡ ਜਿਹੜਾ ਪੜ੍ਹਨ ਜਾ ਰਿਹਾ ਹੈ, ਤੁਹਾਡੀ ਜ਼ਿੰਮੇਵਾਰੀ ਪੜ੍ਹਨ ਦੀ ਹੈ ਤਾਂ ਕਿ ਮੈਂ ਉੱਥੇ ਆ ਕੇ ਆਪਣਾ ਇਮੋਸ਼ਨਲ ਤੇ ਫਾਈਨੈਂਸ਼ੀਅਲ ਪਾਰਟਿਸਿਪੇਟ ਕਰ ਸਕਾਂ ਤੇ ਫਿਰ ਅੱਗੇ ਪੱਕੇ ਹੋਣ ਦੀ ਰਾਹ ਤੇ ਜਾਈਏ ਤਾਂ ਨਾਟ ਬੈਡ। ਬਟ ਕੌਨਫੀਡੈਂਸ ਨਹੀਂ ਹੈਗਾ ਜਾਂ
ਉਹ ਦਿਮਾਗ ਦੀ ਪੜ੍ਹਾਈ ਦੀ ਸੋਚ ਨਹੀਂ ਹੈਗੀ, ਦੈਨ ਕੈਨੇਡਾ ਇਜ਼ ਨਾਟ ਅ ਗੁੱਡ ਆਪਸ਼ਨ ਫॉर द ਕਪਲ, ਕਿਉਂਕਿ ਇੱਥੋਂ ਦਾ ਇੱਕ ਬੰਦਾ ਰਹਿ ਜਾਂਦਾ ਉਹਦਾ ਵੀਜ਼ਾ ਨਹੀਂ ਲੱਗਣਾ। ਜੀ 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 ਬਿਲਕੁਲ। ਸੋ ਜਿਨ੍ਹਾਂ ਦੇ ਵੀ ਸਾਡੇ ਕੋਲ ਸਪਾਊਸ ਵੀਜ਼ਾ ਨੂੰ ਲੈ ਕੇ ਸਵਾਲ ਆਇਆ ਸੀ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਕਲੀਅਰ ਹੋ ਚੁੱਕਿਆ ਹੈ ਕਿ ਕਿਹੜੀ ਚੀਜ਼ਾਂ ਨੇ ਜਿਹੜੇ ਖੁਦ ਹੀ ਤੁਹਾਡੀ ਪ੍ਰੋਫਾਈਲ ਨੂੰ ਵੀਕ ਕਰ ਦਿੰਦੇ, ਜਿਸ ਦੇ ਨਾਲ ਤੁਹਾਡੇ ਸਪਾਊਸ ਦਾ ਵੀਜ਼ਾ ਲੱਗਣਾ ਮੁਸ਼ਕਿਲ ਹੋ ਜਾਂਦਾ। ਸੋ ਤੁਹਾਡੇ ਆਪਣੇ ਹੱਥ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਕਿਵੇਂ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਕਿ ਤੁਸੀਂ ਆਪਣੇ ਸਪਾਊਸ ਨੂੰ ਜੋ ਹੈ ਬੁਲਾ ਸਕੋ। ਇੱਥੇ ਜਿਵੇਂ ਆਪਾਂ ਗੱਲ ਕੈਨੇਡਾ ਦੀ ਗੱਲ ਕरें ਤਾਂ ਮੈਂ ਇੱਥੇ ਥੋੜਾ ਇਹ ਜਾਣਨਾ ਚਾਹੂੰਗੀ ਕਿ ਰਿਫਿਊਜ਼ਲ ਰੇਟ ਹੁਣ ਥੋੜਾ ਘਟਿਆ, ਕਿਉਂਕਿ ਪਹਿਲਾਂ ਬਹੁਤ ਸਾਰੀਆਂ ਫਾਈਲਸ ਲੱਗੀਆਂ ਸੀ, ਰਿਫਿਊਜ਼ਲ ਵੀ ਧੜਾ ਆ ਰਹੇ ਸੀ, ਹੁਣ ਕੀ ਰਿਫਿਊਜ਼ਲ ਥੋੜੇ ਘਟੇ ਨੇ? ਦੇਖੋ ਰਿਫਿਊਜ਼ਲ ਰੇਟ ਉਵੇਂ ਹੀ ਹੈ। ਦ ਓਨਲੀ ਥਿੰਗ ਇਜ਼ ਜਿਵੇਂ ਦੱਸਿਆ ਨੰਬਰ ਆਫ ਐਪਲੀਕੇਸ਼ਨ 5,05,000 ਤੋਂ ਉੱਤੇ ਹੈ, ਤਾਂ ਕਿਤੇ ਨਾ ਕਿਤੇ ਐਵਰੀ ਕੰਸਲਟੈਂਟ ਦ ਮਾਰਕੀਟ ਇਜ਼ ਫੇਸਿੰਗ 5 to 7% ਰਿਜੈਕਸ਼ਨ ਐਵਰੀ ਡੇ, ਕਿਉਂਕਿ ਫਾਈਲਾਂ ਵੀ ਉਸਤਾਦਾਨਾ ਲੱਗਦੀਆਂ ਪਈਆਂ ਨੇ। ਅੱਜ ਆਪਾਂ ਸੈਪਟੈਂਬਰ ਦੀ ਗੱਲ ਕਰੀਏ, ਆਲਮੋਸਟ 40% ਇਨਟੇਕ ਬੰਦ ਹੋ ਚੁੱਕਿਆ ਮਾਰਚ ਦੇ ਵਿੱਚ ਬੈਠ ਕੇ। ਰਹਿ ਗਈਆਂ ਯੂਨੀਵਰਸਿਟੀਆਂ, ਰਹਿ ਗਏ ਸਮ ਕਾਲਜਸ, ਸਮ ਕੋਰਸਿਸ, ਕਿਉਂਕਿ ਜਿਹੜਾ ਜਨਵਰੀ ਦਾ ਬੈਕਲੌਗ ਸੀ ਉਹ ਕੈਰੀ ਫਾਰਵਰਡ ਹੋਇਆ। ਪਹਿਲੀ ਇੰਪੋਰਟੈਂਸ ਜਾਂ ਪਹਿਲੀ ਪ੍ਰਾਇੋਰਟੀ ਉਹਨਾਂ ਨੂੰ ਦਿੱਤੀ ਜਾਏਗੀ, ਫਿਰ ਨਵੀਂ ਐਪਲੀਕੇਸ਼ਨਾਂ। ਵਾਟ ਡਸ ਦਿਸ ਮੀਨ? ਜਿਹੜਾ ਬੱਚਾ ਇਸ ਸਾਲ ਪਾਸ ਹੋਊਗਾ ਉਹ ਇਸ ਸਾਲ ਕੈਨੇਡਾ ਸੈਪਟੈਂਬਰ ਫਾਲ ਇਨਟੇਕ 'ਚ ਨਹੀਂ ਜਾ ਪਾਊਗਾ, ਤਦ ਤੱਕ ਸੀਟਾਂ ਭਰ ਜਾਣੀਆਂ, ਤਦ ਤੱਕ ਉਹਨਾਂ ਦੇ ਸਾਰੇ ਉਹ ਚੀਜ਼ਾਂ ਪਲੈਨਿੰਗ ਅੱਗੇ ਹੋ ਜਾਣੀ ਹੈ, ਮੇਬੀ ਨੈਕਸਟ ਜਨਵਰੀ ਔਰ ਨੈਕਸਟ ਸੈਪਟੈਂਬਰ। ਇਹ ਬਹੁਤ ਵੱਡਾ ਸਰਕਲ ਤੇ ਲੂਪ ਬਣ ਚੁੱਕਿਆ ਹੈ। ਅੱਜ ਮੇਰਾ ਰਿਜ਼ਲਟ ਅਪ੍ਰੈਲ ਮਈ 'ਚ ਆਊਗਾ, ਕਿ ਮੈਂ ਸੈਪਟੈਂਬਰ ਕੈਚ ਕਰ ਪਾਊਂਗਾ? ਦਾ ਆਨਸਰ ਇਜ਼ ਨੋ। ਪਰ ਇੱਛਾ ਹੈਗੀ ਜਾਣ ਦੀ। ਮੇਰਾ ਜਿਹੜਾ ਸਟੂਡੈਂਟ ਦੇਖਣ ਨੂੰ ਮਿਲਦਾ ਹੈ, ਉਹ ਕਿਸੇ ਵੀ ਕਾਲਜ 'ਚ ਐਡਮਿਸ਼ਨ ਲਊਗਾ, ਕਿਸੇ ਵੀ ਕੋਰਸ 'ਚ ਐਡਮਿਸ਼ਨ ਲਊਗਾ, ਕਿਉਂਕਿ ਦਿਮਾਗ 'ਚ ਸੈਪਟੈਂਬਰ ਇਨਟੇਕ, ਫਿਰ ਉਹ ਰਿਫਿਊਜ਼ ਕਰਾਊਗਾ, ਫਿਰ ਉਹ ਜਨਵਰੀ 'ਚ ਫਿਰ ਰਿਫਿਊਜ਼ ਕਰਾਊਗਾ, ਫਿਰ ਸੈਪਟੈਂਬਰ ਜਾ ਕੇ ਉਹ 2-3 ਵਾਰ ਰਿਫਿਊਜ਼ਲ ਜਿਹੜਾ ਹੈ ਤੁਸੀਂ ਦੇਖੋਗੇ ਨਾ, ਸੈਪਟੈਂਬਰ ਇਨਟੇਕ ਦੇ ਵਿੱਚ ਰਿਫਿਊਜ਼ਲ ਜ਼ਿਆਦਾ ਹੁੰਦਾ, ਕਿਉਂਕਿ ਉਹ ਕਾਹਲੀ ਦੇ ਵਿੱਚ ਡਿਸੀਜਨ ਲਿੱਤਾ ਗਿਆ ਹੁੰਦਾ ਰਾਦਰ ਦੈਨ ਲੌਜੀਕਲੀ ਐਂਡ ਇੰਟੈਲੀਜੈਂਟ ਫੈਕਟਰ ਮਿਲਾ ਕੇ। ਜੀ 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 ਬਿਲਕੁਲ। ਤੇ ਆਪਾਂ ਅਗਰ ਗੱਲ ਕਰੀਏ ਕੋਈ ਐਵਰੇਜ ਪ੍ਰੋਫਾਈਲ ਦੇ ਉੱਪਰ ਜੇ ਗੱਲ ਕਰੀਏ, ਤਾਂ ਕਈ ਵਾਰੀ ਕੁਝ ਕੰਸਲਟੈਂਟਸ ਇਹ ਵੀ ਸੁਜੈਸਟ ਕਰਦੇ ਨੇ ਸਟੂਡੈਂਟਸ ਨੂੰ ਕਿ ਇੱਕੋ ਵਾਰੀ ਚਲੋ ਤੁਸੀਂ ਕੈਨੇਡਾ ਲਗਾ ਦਿਓ ਫਾਈਲ, ਨਾਲ ਦੀ ਨਾਲ ਆਸਟ੍ਰੇਲੀਆ ਵੀ ਫਾਈਲ ਲਗਾ ਦਿਓ। ਇਸ ਨੂੰ ਲੈ ਕੇ ਵੀ ਸਟੂਡੈਂਟਸ ਹੁਣ ਕਹਿੰਦੇ ਨੇ ਕਿ ਸਾਨੂੰ ਇਹ ਸਟੈਪ ਲੈਣਾ ਚਾਹੀਦਾ ਤਾਂ ਕਿ ਜੇ ਕੈਨੇਡਾ ਵਿੱਚ ਇਨ ਕੇਸ ਸਾਡੀ ਰਿਫਿਊਜ਼ਲ ਆਉਂਦੀ ਤਾਂ ਸਾਡਾ ਨਾਲ ਦੀ ਟਾਈਮ ਜੋ ਪ੍ਰੋਸੈਸਿੰਗ ਆਸਟ੍ਰੇਲੀਆ ਲਈ ਚੱਲਦੀ ਰਹੇ। ਦੇਖੋ ਬੇਸਿਕਲੀ ਮਾਈ ਆਨਸਰ ਇਜ਼ ਨੋ, ਬਿਕੋਜ਼ ਇਹ ਸਟੂਡੈਂਟ ਹੀ ਹੈ ਨਹੀਂ ਜੀ। ਸਟੂਡੈਂਟ ਕਿਉਂ ਨਹੀਂ ਹੈ? ਕੈਨੇਡਾ ਇਜ਼ ਆਲ ਅਬਾਊਟ ਵੋਕੇਸ਼ਨਲ ਕੁਆਲੀਫਿਕੇਸ਼ਨ, ਡਿਪਲੋਮਾਸ। ਤੁਸੀਂ ਜੇ ਇੰਟੈਲੀਜੈਂਟ ਹੋ ਤਾਂ ਕੈਨੇਡਾ ਦੀ ਆਪਸ਼ਨ ਨਹੀਂ ਚੂਜ਼ ਕਰਦਾ ਕੋਈ, ਜੇ ਇੰਟੈਲੀਜੈਂਟ ਹੋ, ਕਿਉਂਕਿ ਇੰਟੈਲੀਜੈਂਟ ਬੰਦਾ 80-90% ਵਾਲਾ ਪਹਿਲੀ ਆਪਸ਼ਨ ਆਸਟ੍ਰੇਲੀਆ ਜਾਂ ਯੂਕੇ ਨੂੰ ਲੈ ਕੇ ਚੱਲਦਾ ਡਿਗਰੀਆਂ ਲੈਣ ਵਾਸਤੇ। ਦੇ ਵਾਂਟ ਟੂ ਟੇਕ ਬੈਚਲਰ ਕੁਆਲੀਫਿਕੇਸ਼ਨ ਇਨ ਹੈਂਡ। ਆਸਟ੍ਰੇਲੀਆ ਤੁਸੀਂ ਕੈਨੇਡਾ ਦੇਖੋਗੇ, ਉਹਨਾਂ ਦਾ ਐਂਟਰੀ ਕ੍ਰਾਈਟੇਰੀਆ 50%। 50% ਤੁਹਾਡਾ 12ਵੀਂ 'ਚ ਨੰਬਰ ਹੈ, ਯੂ ਕੈਨ ਗੈਟ ਐਡਮਿਸ਼ਨ ਇਨਟੂ ਕਾਲਜਸ ਇਨ ਕੈਨੇਡਾ, ਕਿਉਂਕਿ ਉਹ ਵੋਕੇਸ਼ਨਲ ਕੁਆਲੀਫਿਕੇਸ਼ਨ ਹੈ, ਡਿਪਲੋਮੇ ਨੇ। ਇੰਡੀਆ ਵਿੱਚ 50% ਡਿਗਰੀ 'ਚ ਐਡਮਿਸ਼ਨ ਨਹੀਂ ਮਿਲਦਾ ਨਾ, ਤਾਂ ਉਹਦੇ ਕਰਕੇ ਕੈਨੇਡਾ ਇਜ਼ ਫॉर ਦੋਜ਼ ਪੀਪਲ ਜਿਨ੍ਹਾਂ ਨੇ ਡਿਪਲੋਮਾ ਕਰਨਾ ਹੈ, ਛੇਤੀ PR ਹੋਣਾ ਹੈ, ਔਰ ਪੈਸੇ ਘੱਟ, ਬਜਟ ਜਿਹੜਾ ਹੈ 16 ਲੱਖ ਰੁਪਏ ਸਾਲ ਦਾ ਖਰਚਾ ਤੇ ਫੀਸਾਂ ਹੋ ਜਾਂਦੀਆਂ ਨੇ। ਵੈਰਸ ਬੈਚਲਰ ਐਂਡ ਮਾਸਟਰਸ ਆਰ ਇਨ ਆਸਟ੍ਰੇਲੀਆ ਐਂਡ UK। ਬੜਾ ਸਿੰਪਲ ਜਿਹਾ ਨੂੰ ਮੈਂ ਬਾਈਫਰਕੇਸ਼ਨ ਕਰਦਾ ਆਪਣੀ ਕਾਉਂਸਲਿੰਗ ਦੇ ਵਿੱਚ, ਜੇ ਉਸੇ ਮੁਲਕ 'ਚ ਰਹਿ ਕੇ ਉੱਥੇ ਹੀ ਕੰਮ ਕਰਨਾ ਹੈ ਤਾਂ ਕੈਨੇਡਾ। ਉਹ ਕੰਮ ਚਾਹੇ ਟੈਕਨੀਕਲ ਟੈਕਨੀਸ਼ੀਅਨ ਦਾ ਹੋਵੇ ਜਾਂ ਡਰਾਈਵਿੰਗ ਦਾ ਹੋਵੇ ਐਂਡ ਸੋ ਔਨ ਅਦਰ ਫੈਕਟਰ। ਜੇ ਕਿਤੇ ਕੁਆਲੀਫਿਕੇਸ਼ਨ ਲੈ ਕੇ ਦੁਨੀਆ ਭਰ 'ਚ ਕਿਤੇ ਵੀ ਕੰਮ ਕਰਨ ਯੋਗ ਬਣਨਾ ਤਾਂ ਆਸਟ੍ਰੇਲੀਆ ਤੇ UK, ਕਿਉਂਕਿ ਉਹਨਾਂ ਦੀ ਡਿਗਰੀ ਰੈਕਗਨਾਈਜ਼ ਵਰਲਡ ਵਾਈਡ ਹੈਗੀ ਹੈ, ਕਿਉਂਕਿ ਉਹਨਾਂ ਦੀ ਯੂਨੀਵਰਸਿਟੀਜ਼ ਟਾਪ 100 ਦੇ ਵਿੱਚ ਆਉਂਦੀਆਂ, ਟਾਪ 50 ਦੇ ਵਿੱਚ ਆਉਂਦੀਆਂ। ਕੈਨੇਡਾ ਦੀ ਕੋਈ ਵੀ ਕਾਲਜ ਟਾਪ 150 'ਚ ਨਹੀਂ ਆਉਂਦਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ UK ਦਾ ਵੀ ਜ਼ਿਕਰ ਕੀਤਾ, ਤਾਂ ਮੈਂ ਜ਼ਰੂਰ ਚਾਹੂੰਗੀ ਕਿ UK ਬਾਰੇ ਵੀ ਆਪਾਂ ਡਿਟੇਲ 'ਚ ਸਟੂਡੈਂਟਸ ਨੂੰ ਦੱਸ ਦਈਏ ਕਿਹੜਾ ਇਨਟੇਕ ਹੈ, ਔਰ ਫਿਲਹਾਲ ਇਸ ਇਨਟੇਕ ਲਈ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਆ। ਵੈਲ UK ਦਾ ਅਗਲਾ ਇਨਟੇਕ ਸੈਪਟੈਂਬਰ ਹੈ, ਮਈ ਇਜ਼ ਆਲਮੋਸਟ ਓਵਰ, ਜੋ ਹਾਲਾਂਕਿ ਬੜਾ ਛੋਟਾ ਜਿਹਾ ਇਨਟੇਕ ਹੁੰਦਾ ਹੈ। ਸੈਪਟੈਂਬਰ ਇਨਟੇਕ ਦੀ ਐਡਮਿਸ਼ਨਸ, ਸੈਪਟੈਂਬਰ ਇਨਟੇਕ ਦੀ ਸੀਟਸ, ਕਿਉਂਕਿ UK ਇਹ ਉਹ ਸਾਲ ਹੈ 2022 ਜਦ ਆਸਟ੍ਰੇਲੀਆ, ਕੈਨੇਡਾ ਐਂਡ UK ਤਿੰਨੋਂ ਇੱਕੋ ਸਪੀਡ ਤੇ ਚੱਲਦਾ ਪਿਆ। ਕਿਵੇਂ? ਜਿਹੜਾ 50-55% ਵਾਲਾ ਬੱਚਾ 6 ਇੰਚ ਆ ਗਏ, ਉਹਨੇ ਬਾਈ ਡਿਫਾਲਟ ਹੀ ਕੈਨੇਡਾ ਅਪਲਾਈ ਕਰਨਾ ਹੈ, ਚਾਹੇ 70% ਵੀ ਹੋਣ 6 ਇੰਚ ਹੈ ਤਾਂ ਉਹਨੇ ਬਾਈ ਡਿਫਾਲਟ ਕੈਨੇਡਾ ਅਪਲਾਈ ਕਰਨਾ ਹੈ। ਉੱਥੋਂ ਰਿਜੈਕਟ ਹੁੰਦਾ ਹੈ। ਜੇ 2021 ਪਾਸ ਆਊਟ ਹੈ, ਕਿਤੇ ਨਾ ਕਿਤੇ ਆਸਟ੍ਰੇਲੀਆ ਦੀ ਆਪਸ਼ਨ ਆਉਂਦੀ ਹੈ। ਜੇ 2020 ਪਾਸ ਆਊਟ ਹੈ, ਆਸਟ੍ਰੇਲੀਆ ਬਾਹਰ ਹੋ ਜਾਂਦਾ, ਉਦੋਂ UK ਦੀ ਆਪਸ਼ਨ ਆਉਂਦੀ ਹੈ। ਐਂਡ ਵਿਦ ਦ ਕੁਆਂਟੀਟੀ ਆਫ ਐਪਲੀਕੇਸ਼ਨ ਇਸ ਟਾਈਮ ਆਪਣੇ ਪੰਜਾਬ ਜਾਂ ਨਾਰਥ ਇੰਡੀਆ 'ਚ ਦੇਖਣ ਨੂੰ ਮਿਲ ਰਹੀ ਹੈ, ਤਿੰਨੋਂ ਕੰਟਰੀਆਂ ਕੋਲ ਬਹੁਤ ਜ਼ਿਆਦਾ ਵੱਡਾ ਸੈਗਮੈਂਟ ਹੈ ਸਟੂਡੈਂਟਸ ਦਾ। UK ਦੇ ਵੀ ਕਿੰਨੀ ਯੂਨੀਵਰਸਿਟੀਜ਼ ਦੇ ਈਮੇਲ ਆ ਚੁੱਕੇ ਹਨ, ਜਿਵੇਂ ਸੋਲੈਂਟ ਯੂਨੀਵਰਸਿਟੀ ਹੈਗੀ ਹੈ ਇੱਕ UK ਦੀ, ਦੇ ਆਰ ਫੁੱਲ ਫॉर ਸੈਪਟੈਂਬਰ, ਐਂਡ ਉਹਨਾਂ ਨੇ ਪੰਜਾਬ ਹਰਿਆਣਾ ਤੋਂ ਕੋਟਾ ਬੰਦ ਕਰਤਾ।
ਠੀਕ ਹੈ, ਯੂ نو ਬਿਕੋਜ਼ ਉਹਨਾਂ ਦਾ ਐਪਲੀਕੇਸ਼ਨ ਜਿਹੜਾ ਹੈ ਇੰਨੇ ਰਸ਼ ਚੱਲਦਾ ਪਿਆ ਡਿਊ ਟੂ ਲੋ ਐਂਟਰੀ ਕ੍ਰਾਈਟੇਰੀਆ ਔਰ ਰਿਕੁਆਇਰਮੈਂਟ। ਕਿਉਂਕਿ ਯੂਕੇ ਦੇ ਵਿੱਚ ਤੁਹਾਡੇ ਓਵਰਆਲ 5.5 ਹੈ, ਇਕੱਲੇ 5.5 ਹੈ, ਤੁਸੀਂ ਕੁਆਲੀਫਾਈ ਕਰਦੇ ਹੋ ਯੂਕੇ ਵਾਸਤੇ ਬੈਚਲਰ ਡਿਗਰੀ ਵਾਸਤੇ ਔਰ ਪ੍ਰੀ ਮਾਸਟਰਸ ਵਾਸਤੇ। ਤਾਂ ਕੁਆਲੀਫਿਕੇਸ਼ਨ ਯੂ نو ਜਿਹੜੀ ਹੈਗੀ ਬਾਈਫਰਕੇਸ਼ਨ ਪਲੱਸ ਐਂਟਰੀ ਕ੍ਰਾਈਟੇਰੀਆ ਇਜ਼ ਇੰਟਾਇਰਲੀ ਡਿਫਰੈਂਟ। ਜੀ ਜੀ, ਤਾਂ ਯੂਕੇ ਵੀ ਕਰਨਾ ਹੈ ਟਾਈਮ ਸਿਰ ਸ਼ੁਰੂ ਕਰੋ, 3-4 ਮਹੀਨੇ ਦਾ ਪ੍ਰੋਸੈਸ ਹੈ ਕੈਸ ਆਉਣ ਦਾ, ਤਾਂ ਕਿ ਸੀਟ ਇੰਪੋਰਟੈਂਟ ਹੈ। ਆਈ ਵੋਂਟ ਬੀ ਸਰਪ੍ਰਾਈਜ਼ ਜੇ ਆਸਟ੍ਰੇਲੀਆ, ਕੈਨੇਡਾ, ਯੂਕੇ ਦੇ ਬੱਚੇ ਇਸ ਇਨਟੇਕ ਤੋਂ ਡੈਫਰ ਹੋਣਗੇ ਅਗਲੇ ਇਨਟੇਕ ਦੇ ਵਿੱਚ ਡਿਊ ਟੂ ਲੋ ਸੀਟਸ, ਜਾਂ ਆਲਰੇਡੀ ਸੀਟਾਂ ਭਰ ਚੁੱਕਣਗੀਆਂ, ਆਫਰ ਲੈਟਰ ਹੋਣ ਦੇ ਬਾਵਜੂਦ ਵੀ ਤੁਹਾਨੂੰ ਸੀਟ ਮਿਲਣ ਦੇ ਚਾਂਸ ਘੱਟ ਰਹਿਣਗੇ। ਜੀ 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 ਬਿਲਕੁਲ। ਸੋ ਤੁਸੀਂ ਵੀ ਕਿਤੇ ਸੀਟ ਤੋਂ ਵਾਂਝੇ ਨਾ ਰਹਿ ਜਾਓ। ਟਾਈਮਲੀ ਪ੍ਰੋਸੈਸ ਹੋਣਾ ਉਹਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰੇ ਜਾਣਦੇ ਆ ਕਿ ਪੂਰੇ ਪ੍ਰੋਸੈਸ ਨੂੰ ਟਾਈਮ ਲੱਗਦਾ ਹੀ ਹੈ, ਤੇ ਕੋਈ ਜਲਦਬਾਜ਼ੀ ਵਿੱਚ ਤੁਸੀਂ ਗਲਤ ਡਿਸੀਜ਼ਨ ਨਾ ਲਓ। ਇਸ ਲਈ ਟਾਈਮਲੀ ਜੋ ਹੈ ਸਹੀ ਸਲਾਹ ਲੈ ਕੇ, ਆਪਣੇ ਡਾਕੂਮੈਂਟਸ ਦਿਖਾ ਕੇ, ਅਸੈਸਮੈਂਟ ਕਰਵਾ ਕੇ ਸਹੀ ਡਿਸੀਜ਼ਨ ਲਓ, ਤਾਂ ਕਿ ਦੇਰੀ ਨਾ ਹੋ ਜਾਏ। ਕਿਉਂਕਿ ਅਸੀਂ ਦੇਖਦੇ ਹਾਂ ਕਿ ਥੋੜੀ ਦੇਰੀ ਕਰਦੇ ਹਾਂ ਸਟੂਡੈਂਟ ਦੀ ਪ੍ਰੋਫਾਈਲ ਵਿੱਚ ਗੈਪ ਇੰਨਾ ਜ਼ਿਆਦਾ ਵੱਧ ਜਾਂਦਾ, ਤਾਂ ਕਈ ਵਾਰੀ ਚੰਗੀ ਆਪਸ਼ਨਸ ਇਸੇ ਕਰਕੇ ਤੁਹਾਨੂੰ ਨਹੀਂ ਮਿਲ ਪਾਉਂਦੀਆਂ ਕਿ ਗੈਪ ਜ਼ਿਆਦਾ ਹੋ ਚੁੱਕਿਆ ਹੈ। ਯੂਕੇ ਦੇ ਵਿੱਚ ਤਾਂ ਸਪਾਊਸ ਵੀਜ਼ਾ ਨੂੰ ਆਪਾਂ ਈਜ਼ੀ ਮੰਨ ਸਕਦੇ ਹਾਂ, ਕਿ ਉੱਥੇ ਵੀ ਥੋੜਾ ਆਪਾਂ ਸਟ੍ਰਿਕਟ ਮੰਨਦੇ ਹਾਂ। ਦੇਖੋ ਜੇ ਤੁਹਾਡਾ ਸਪਾਊਸ ਗ੍ਰੈਜੂਏਟ ਨਹੀਂ ਹੈਗਾ, ਨਵਾਂ ਵਿਆਹ ਹੈਗਾ, ਬਟ ਆਥੈਂਟਿਕ ਵਿਆਹ ਹੈ, ਜੈਨੂਇਨ ਵਿਆਹ ਹੈ, ਤਾਂ ਡੈਫੀਨਿਟਲੀ ਯੂਕੇ ਵੀਜ਼ਾ ਤੁਹਾਡੇ ਵਾਸਤੇ ਹੈਗਾ ਐਟ ਮਾਸਟਰਸ ਲੈਵਲ। ਜੇ ਤੁਸੀਂ ਬੈਚਲਰ ਤੋਂ ਬਾਅਦ ਮਾਸਟਰ ਡਿਗਰੀ ਕਰਨ ਜਾ ਰਹੇ ਹੋ ਤਾਂ ਸਪਾਊਸ ਨਾਲ ਜਾ ਸਕਦਾ ਹੈ, ਨੋ ਕੁਐਸਚਨ ਆਸਕਡ। ਨਵਾਂ ਵਿਆਹ ਡੈਫੀਨਿਟਲੀ ਓਕੇ, ਯੂ نو ਸਪਾਊਸ ਦਾ ਗ੍ਰੈਜੂਏਟ ਨਾ ਹੋਣਾ ਡੈਫੀਨਿਟਲੀ ਓਕੇ। ਜੀ 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 ਬਿਲਕੁਲ। ਤੇ ਇੱਕ ਪ੍ਰੋਫਾਈਲ ਜੋ ਆਪਾਂ ਨਾਰਮਲੀ ਜਿਸ ਤਰ੍ਹਾਂ ਦੀ ਜ਼ਿਆਦਾਤਰ ਸਟੂਡੈਂਟਸ ਹੀ ਵੇਖਦੇ ਆ ਕਿ ਹੁੰਦਾ ਕਿ ਗੈਪ ਬਹੁਤ ਜ਼ਿਆਦਾ ਹੋ ਗਿਆ, ਆਇਲਸ ਚੰਗੀ ਤਰ੍ਹਾਂ ਕਲੀਅਰ ਨਹੀਂ ਕਰ ਪਾ ਰਹੇ ਨੇ, ਮਤਲਬ ਓਵਰਆਲ 6 ਤਾਂ ਭਾਵੇਂ ਆ ਜਾਣ, 2 ਵਿੱਚ 5.5 ਰਹੀ ਜਾ ਰਿਹਾ ਬਾਰ-ਬਾਰ। ਉਹ ਜਿਹੜੇ ਸਟੂਡੈਂਟਸ ਆ ਕਈ ਵਾਰੀ ਬਾਰ-ਬਾਰ ਪਹਿਲਾਂ ਕੈਨੇਡਾ, ਫਿਰ ਆਸਟ੍ਰੇਲੀਆ, ਫਿਰ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਪਹਿਲੀ ਵਾਰ 'ਚ ਕਿੱਥੇ ਅਪਲਾਈ ਕਰਨ? ਦੇਖੋ ਇਹ ਨਾ ਇੱਕ ਪਾਵਰ ਆਫ ਐਕਸੈਪਟੈਂਸ ਵਰਡ ਸੁਣਿਆ ਸੀ ਮੈਂ, ਵੀ ਜਿਹੜੀ ਹਕੀਕਤ ਉਹਨੂੰ ਜਿੰਨੀ ਛੇਤੀ ਐਕਸੈਪਟ ਕਰੋਗੇ ਉਹਨਾਂ ਟਾਈਮ ਤੇ ਪੈਸਾ ਬਚਦਾ। ਹੁਣ ਅਨਫੋਰਚੂਨੇਟਲੀ ਸਾਡੇ ਸਟੂਡੈਂਟ ਫਰਟਰਨਿਟੀ ਜਿਹੜੀ ਹੈ ਉਹ ਪੈਸੇ ਖਰਚ ਕੇ ਅਕਲ ਸਿੱਖਦੀ ਹੈ। ਬਿਲਕੁਲ ਬਿਲਕੁਲ। ਯੂ نو ਕਿਸੇ ਨੂੰ ਏਜੰਟ ਨੂੰ ਪੈਸੇ ਦੇ ਕੇ, ਯੂਨੀਵਰਸਿਟੀਆਂ ਨੂੰ ਪੈਸੇ ਦੇ ਕੇ, ਰਿਫੰਡ ਆਇਆ 1.5 ਲੱਖ ਰੁਪਇਆ ਨੀਚੇ ਆ ਗਿਆ, ਤੇ ਪਹਿਲੇ ਦਿਨ ਹੀ ਕਿਉਂ ਤੁਸੀਂ ਆਪਣਾ ਐਂਟਰੀ ਕ੍ਰਾਈਟੇਰੀਆ ਨਹੀਂ ਸਮਝ ਲੈਂਦੇ, ਅੰਬੈਸੀਆਂ ਦਾ ਵੀਜ਼ਾ ਦੇਣ ਦਾ, ਯੂਨੀਵਰਸਿਟੀਆਂ ਦਾ ਐਡਮਿਸ਼ਨ ਦੇਣ ਦਾ। ਜੀ ਜੀ ਜੀ। ਜਦ ਇੱਕ ਆਫਰ ਲੈਟਰ ਦੀ ਵੇਟ ਦਾ ਨਾ 2-2 ਮਹੀਨੇ 3-3 ਮਹੀਨੇ ਹੁੰਦੀ ਰਹਿੰਦੀ ਹੈ। ਐਕਸੈਪਸ਼ਨਸ ਹੈ ਨਰਸਿਸ ਤੇ ਟੀਚਰ ਜਿਨ੍ਹਾਂ ਦਾ ਆਫਰ ਲੈਟਰ ਫੈਕਲਟੀ ਰਿਲੀਜ਼ ਕਰਦੀ ਹੈ, ਇੰਟਰਨੈਸ਼ਨਲ ਆਫਿਸ ਰਿਲੀਜ਼ ਨਹੀਂ ਕਰਦਾ। ਬਾਕੀ ਆਫਰ ਲੈਟਰ 4 to 5 ਵੀਕਸ ਨਹੀਂ ਆ ਰਹੇ, that's a matter of concern. Something is wrong with the application ਜਿਹੜੇ ਤੁਹਾਡੇ ਕੰਸਲਟੈਂਟ ਨੇ ਕੀਤੀ ਹੈ, that can include anyone. ਸਾਡੇ ਕੋਲ ਵਿੱਚ 4-5 ਉੱਪਰ ਹਫਤੇ ਹੋ ਗਏ ਤਾਂ ਹੁਣੇ ਹੀ ਆਪਣੀ ਬ੍ਰਾਂਚ ਜਾ ਕੇ ਪਤਾ ਕਰੋ ਆਫਰ ਕਿਉਂ ਨਹੀਂ ਆਇਆ, what is the mistake in applying, ਔਰ ਕੀ ਤੁਹਾਡਾ ਪ੍ਰੋਟੋਕਾਲ ਪੂਰਾ ਕਰਦਾ ਕਿ ਨਹੀਂ ਕਰਦਾ। ਤਾਂ ਜਿੰਨੀ ਜਲਦੀ ਤੁਸੀਂ ਆਪਣਾ ਐਕਸੈਪਟ ਕਰੋਗੇ ਨਾ, ਮੇਰੀ ਪ੍ਰੋਫਾਈਲ ਹੈ ਤੇ ਇਹ ਕੰਟਰੀ ਵਾਸਤੇ ਸੈੱਟ ਹੈ, ਤੁਹਾਡਾ ਇਨਟੇਕ ਨਹੀਂ ਜਾਏਗਾ। ਕਿਉਂਕਿ ਮੈਂ ਨਾ ਆਇਲਸ ਦੀ ਜਿਹੜੀ ਐਕਸਪਾਇਰੇਸ਼ਨ ਡੇਟ 2 ਸਾਲ ਦੀ ਹੁੰਦੀ ਹੈ, ਉਹ 'ਚ 3 ਇਨਟੇਕ ਹੀ ਆਣੇ ਆ। ਬਿਲਕੁਲ ਤਿੰਨੋਂ ਮਿਸ ਹੋ ਗਏ, ਤੁਹਾਡੀ ਦੁਬਾਰਾ ਹਿੰਮਤ ਨਹੀਂ ਹੋਣੀ ਆਇਲਸ ਦੇਣ ਦੀ, ਤੇ ਪਹਿਲੇ ਸਮਝਦਾਰੀ ਨਾਲ ਹੀ ਅਪਲਾਈ ਕਰੋ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਇੱਕ ਜਾਂਦੇ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ, ਹਾਲਾਂਕਿ ਸਵਾਲ ਮੇਰੇ ਕੋਲ ਹੋਰ ਸੀ, ਪਰ ਨਰਸਿੰਗ ਵਾਲਿਆਂ ਲਈ ਜ਼ਰੂਰ, ਨਰਸਿਸ ਲਈ ਮੈਂ ਪੁੱਛਣਾ ਚਾਹੂੰਗੀ ਕਿ ਇਸ ਟਾਈਮ ਦੇ ਵਿੱਚ ਕਿਹੜੀ ਕੰਟਰੀ ਵਿੱਚ ਜ਼ਿਆਦਾ ਡਿਮਾਂਡ ਹੈ, ਕਿੱਥੇ ਉਹਨਾਂ ਦਾ ਫਿਊਚਰ ਬ੍ਰਾਈਟ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੇ ਸਾਡੇ ਕੋਲ ਪ੍ਰੋਫਾਈਲਸ ਨਰਸਿਸ ਦੀਆਂ ਆਉਂਦੀਆਂ। ਦੇਖੋ ਨਰਸਿੰਗ ਇਜ਼ ਆਲ ਅਬਾਊਟ ਮਨੀ ਮੇਨਟੇਨਿੰਗ ਐਂਡ ਸਿੰਸੈਰਿਟੀ। ਇੰਡੀਆ 'ਚ ਵੀ ਬਹੁਤ ਜ਼ਿਆਦਾ, ਆਪਣੇ ਪੰਜਾਬ ਹਰਿਆਣਾ 'ਚ ਬਹੁਤ ਸਾਰੇ ਨਰਸਿੰਗ ਸਕੂਲ ਹੈ, GNM ਗ੍ਰੈਜੂਏਟਸ ਨੇ। ਜੇ ਤੁਹਾਡੇ GNM ਹੈ ਤੇ 6.5 ਬੈਂਡ ਹੈ ਓਵਰਆਲ ਤੁਹਾਡੇ ਆਇਲਸ ਦੇ ਵਿੱਚ, 2 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਆਪਣੇ ਸਪਾਊਸ ਦੇ ਨਾਲ ਆਸਟ੍ਰੇਲੀਆ ਵੀ ਜਾ ਸਕਦੇ ਹੋ, ਕਿਉਂਕਿ ਅੰਡਰ ਗ੍ਰੈਜੂਏਟ ਕੁਆਲੀਫਿਕੇਸ਼ਨ ਹੈ, ਬਟ ਦੇਰ ਇਜ਼ ਅ ਪ੍ਰੋਵੀਜ਼ਨ ਫॉर GNMs, ਜਿਹੜੇ ਕਰਕੇ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ। ਕੈਨੇਡਾ ਵਿੱਚ ਸਪਾਊਸ ਪਹਿਲਾਂ ਜਾਂਦਾ ਨਹੀਂ ਹੈ, UK ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਬੈਚਲਰ ਲੈਵਲ ਪ੍ਰੋਗਰਾਮ ਹੈ। ਬਸ ਜਿਹੜੀ ਨਰਸਿਸ ਹੈ, ਤੁਸੀਂ GNM ਕੀਤੀ ਹੈ, BSc ਕੀਤੀ ਹੈ, ਔਰ ਐਨੀ ਸਪੈਸ਼ਲਾਈਜ਼ਡ ਨਾਲ ਡਿਪਲੋਮੇ ਕੀਤੇ, ਐਡੀਸ਼ਨਲ ਕੁਆਲੀਫਿਕੇਸ਼ਨ ਦੇ, ਆਇਲਸ ਵਾਲੇ ਪਾਸੇ ਜ਼ੋਰ ਲਾਣਾ। ਯੂ ਓਨਲੀ ਨੀਡ ਟੂ ਵਰਕ ਔਨ ਆਇਲਸ ਟੂ ਗੈਟ ਇਨਟੂ ਐਨੀ ਗੁੱਡ ਕੰਟਰੀ ਫॉर ਅ ਬੈਟਰ ਜੌਬ। ਜੀ ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਆਪਾਂ ਜਿਹੜੀ ਵੀ ਗੱਲਬਾਤ ਕੀਤੀ ਹੈ, ਚਾਹੇ ਆਸਟ੍ਰੇਲੀਆ, ਕੈਨੇਡਾ, UK, ਹਰ ਪੁਆਇੰਟ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਜ਼ਿਆਦਾ ਸਵਾਲ ਸਾਨੂੰ ਕੁਝ ਜੋ ਨਾਰਮਲੀ ਪ੍ਰੋਫਾਈਲਸ ਹੁੰਦੀਆਂ ਉਸਦੇ ਬਾਰੇ ਵੀ ਕਈ ਸਵਾਲ ਆਏ ਸੀ, ਉਹ ਵੀ ਆਪਾਂ ਡਿਸਕਸ ਕੀਤੇ। ਪਰ ਫਿਰ ਵੀ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਉਸਨੂੰ ਆਪਣੇ ਮਾਈਂਡ ਵਿੱਚ ਨਹੀਂ ਰੱਖਣਾ ਹੈ। ਜੋ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਉੱਪਰ ਜ਼ਰੂਰ ਕਾਲ ਕਰਕੇ ਤੁਸੀਂ ਸਲਾਹ ਲਓ। ਸਭ ਤੋਂ ਅੱਛਾ ਹੋਏਗਾ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਵਿਜ਼ਿਟ ਕਰੋ ESS ਗਲੋਬਲ ਦੇ ਆਫਿਸ ਵਿੱਚ। ਸੋ ਜਿੰਨੀ ਵੀ ਬ੍ਰਾਂਚਿਸ ਹੈ, ਕਿਹੜੇ ਸ਼ਹਿਰ ਵਿੱਚ, ਪੂਰੀ ਡਿਟੇਲ ਨੀਚੇ ਚੱਲ ਰਹੀ ਹੈ, ਤੁਹਾਨੂੰ ਜਿੱਥੇ ਨੇੜੇ ਲੱਗੇ, ਈਜ਼ੀ ਲੱਗੇ,
ਉੱਥੇ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਸਹੀ ਸਲਾਹ ਦੇ ਨਾਲ ਤੁਸੀਂ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਸਕੋ। ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ ਕਿ ਸਟੂਡੈਂਟਸ ਦੇਰੀ ਨਾ ਕਰਨ, ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈਣ। ਐਬਸੋਲੂਟਲੀ, ਜਿਵੇਂ ਮੈਂ ਕਿਹਾ ਇਹ ਉਹ ਮਹੀਨਾ ਹੈ ਜਦ ਕੁਝ ਬੱਚੇ ਫਾਈਨਲ ਐਗਜ਼ਾਮ ਦੀ ਤਿਆਰੀ ਕਰਦੇ ਪਏ ਨੇ ਜਾਂ ਕੁਝ ਅਪਲਾਈ ਕਰਨ ਦੀ ਤਿਆਰੀ ਕਰਦੇ ਪਏ ਨੇ। ਜੀ ਇਹ ਜਿਹੜਾ ਮਹੀਨਾ ਹੈ ਇਹਨੂੰ ਯੂਜ਼ ਕਰੋ ਐਂਡ ਬਾਈ ਐਂਡ ਆਫ ਦਿਸ ਮੰਥ ਆਉਣ ਵਾਲੇ ਇਨਟੇਕ ਵਾਸਤੇ ਅਪਲਾਈ ਕਰੋ। ਜੀ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਸਾਡੇ ਦਰਸ਼ਕਾਂ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।